ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਵਰੁਣ ਕੌਰ ਮਾਨ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਜੰਕਸ਼ਨ ਤੇ ਮੈਂ ਹਾਂ ਸੰਜੀਵ ਯਸ਼ ਖੰਨਾ ਔਰ ਖਬਰ ਜੰਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਔਰ ਇਸ ਜੰਕਸ਼ਨ ਦੇ ਉੱਤੇ ਅਸੀਂ ਬਹੁਤ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ। ਤੁਹਾਡੇ ਦਿਲ ਦੇ ਅਰਮਾਨ ਕੀ ਨੇ, ਤੁਹਾਡੇ ਦਿਲ 'ਚ ਕੀ ਗੱਲਾਂ ਪੈਦਾ ਹੋ ਰਹੀਆਂ ਨੇ ਅਲੱਗ-ਅਲੱਗ ਮੁੱਦਿਆਂ ਦੇ ਉੱਤੇ, ਉਹਨਾਂ ਨੂੰ ਵੀ ਛੂਹਣ ਦੀ ਕੋਸ਼ਿਸ਼ ਕਰਾਂਗੇ। ਕਿਉਂ ਬਰਨ? ਬਿਲਕੁਲ ਸਹੀ ਕਿਹਾ ਤੁਸੀਂ। ਪਰ ਸਭ ਤੋਂ ਪਹਿਲਾਂ ਜਿਹੜਾ ਮੁੱਦਾ ਮੈਂ ਸ਼ੁਰੂ ਕਰਨਾ ਚਾਹੁੰਦੀ ਹਾਂ, ਪੰਜਾਬ ਦਾ ਬਿਜਲੀ ਸੰਕਟ। ਉਦਾਂ ਤਾਂ ਇਹ ਖਬਰ ਆਈ ਸੀ ਕਿ ਦਿੱਲੀ 'ਚ ਵੀ ਥੋੜੇ ਦਿਨਾਂ 'ਚ ਬਲੈਕ ਆਊਟ ਹੋ ਜਾਣਾ, ਫਿਰ ਕੇਂਦਰ ਭਰੋਸਾ ਦਿੰਦਾ ਹੈ ਤੇ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ 9-9 ਘੰਟੇ ਦੇ ਕੱਟ ਲੱਗ ਰਹੇ ਨੇ। ਕੋਇਲਾ ਮੰਗਾਇਆ ਵੀ ਜਾ ਰਿਹਾ, ਪਰ ਫਿਰ ਵੀ ਇਹ ਸੰਕਟ ਦੂਰ ਨਹੀਂ ਹੋ ਰਿਹਾ, ਜੋ ਕਿ ਆਪਣੇ ਆਪ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਹੈ, ਜਿਹਦੇ ਕਰਕੇ ਬੰਦ ਵੀ ਕੀਤਾ ਗਿਆ ਕੱਲ ਪੰਜਾਬ ਕਈ ਥਾਵਾਂ ਤੋਂ। ਬਿਲਕੁਲ ਕੀਤਾ ਗਿਆ ਹੈ ਜੀ। ਔਰ ਦੇਖੋ ਨਾ, ਬਿਜਲੀ ਹਰੇਕ ਜ਼ਿੰਦਗੀ ਨਾਲ ਜੁੜੀ ਹੋਈ ਹੈ। ਬਿਜਲੀ ਦੇ ਨਾਲ ਹੀ ਸਾਰੇ ਕੰਮ ਹੋਣੇ ਨੇ, ਇੰਡਸਟਰੀ ਵੀ ਚੱਲਣੀ ਹੈ, ਘਰਾਂ ਦੇ ਸਾਰੇ ਕੰਮ ਵੀ ਹੋਣੇ ਨੇ। ਔਰ ਅੱਜ ਕੱਲ ਅਸੀਂ ਘਰਾਂ ਦੇ ਵਿੱਚ ਗੈਜਟਸ ਇਸ ਤਰ੍ਹਾਂ ਦੇ ਰੱਖੇ ਹੋਏ ਨੇ ਜਿਹੜੇ ਚੱਲਦੇ ਹੀ ਬਿਜਲੀ ਨਾਲ ਨੇ। ਸਾਡਾ ਮੋਬਾਈਲ ਫੋਨ ਚਾਰਜ ਨਹੀਂ ਹੋ ਸਕਦਾ ਉਸ ਤੋਂ ਬਿਨਾਂ। ਬਿਲਕੁਲ। ਸੋ ਕੋਲੇ ਦਾ ਸੰਕਟ, ਕੋਲੇ ਦੀ ਕੀਮਤ ਵੀ ਵੱਧ ਗਈ। ਪ੍ਰਾਈਵੇਟ ਕੰਪਨੀਆਂ ਨਾਲ ਜਿਹੜੇ ਉਹਨਾਂ ਨੇ ਕੰਟਰੈਕਟਸ ਕੀਤੇ ਹੋਏ ਸੀ, ਹੁਣ ਪ੍ਰਾਈਵੇਟ ਕੰਪਨੀ ਹਮੇਸ਼ਾ ਆਪਣਾ ਫਾਇਦਾ ਦੇਖਦੀ ਹੈ। ਜੇ ਉਹਨੂੰ ਕਿਸੇ ਦਾ ਦੇਖਣਾ ਪਵੇ ਫਾਇਦਾ ਦੂਸਰੇ ਦਾ, ਤਾਂ ਪਿੱਛੇ ਹਟ ਜਾਏਗੀ। ਉਹਨੂੰ ਹਮੇਸ਼ਾ ਇਹ ਦੇਖਣਾ ਹੈ। ਔਰ ਜਨਤਾ ਨਾਲ ਅਸੀਂ ਦੇਖਦੇ ਉਹਦਾ ਕੋਈ ਲਿੰਕ ਨਹੀਂ। ਲਿੰਕ ਕਿਸ ਤਰ੍ਹਾਂ ਨਹੀਂ ਕਿ ਜਨਤਾ ਕਿਸ ਤਰ੍ਹਾਂ ਸਫਰ ਕਰ ਰਹੀ ਹੈ, ਜਨਤਾ ਨੂੰ ਕੀ ਕੁਝ ਝੇਲਣਾ ਪੈ ਰਿਹਾ, ਉਹਨਾਂ ਦੇ ਕੋਈ ਅਸਰ ਨਹੀਂ ਹੈ। ਉਹਨਾਂ ਦੀ ਜੇਬ ਦੇ ਵਿੱਚ ਪ੍ਰੋਫਿਟ ਆ ਰਿਹਾ ਕਿ ਨਹੀਂ ਆ ਰਿਹਾ। ਕਈ ਵਾਰ ਬਿਜਲੀ ਦੀ ਕੀਮਤ ਵਧਾ ਦੇਣਗੇ, ਕੋਇਲੇ ਦੀ ਕੀਮਤ ਵਧਾ ਦੇਣਗੇ, ਜਿਹੜੇ ਕੰਟਰੈਕਟਸ ਕੀਤੇ ਨੇ ਉਸ ਤੋਂ ਪਿੱਛੇ ਹਟ ਜਾਣਗੇ। ਕੋਈ ਵੀ ਉਹ ਬਹਾਨਾ ਲੱਭ ਸਕਦੇ ਨੇ। ਦੇਖੋ, ਮੈਨੂੰ ਇਦਾਂ ਲੱਗ ਰਿਹਾ ਸੰਜੀਵ ਜੀ ਕਿ ਪੰਜਾਬ ਦੀ ਸਾਰੀ ਸਿਆਸਤ ਇਸ ਟਾਈਮ ਬਿਜਲੀ ਦੇ ਆਲੇ ਦੁਆਲੇ ਘੁੰਮ ਰਹੀ ਹੈ। ਬਿਲਕੁਲ ਹੈ। ਪਹਿਲਾਂ ਆਇਆ ਸੀਗਾ ਕਿ ਮੀਟਰ ਉਹ ਲੱਗ ਜਾਣੇ ਜਿਨ੍ਹਾਂ 'ਚ ਕਾਰਡ ਪਿਆ ਕਰਨਾ ਤਾਂ ਚੱਲਿਆ ਕਰਨੇ, ਹਨਾ। ਉਹ ਬੰਦੇ ਕਿੱਥੇ ਜਾਣਗੇ ਜਿਹੜੇ ਥੋੜੇ ਦਿਨਾਂ ਬਾਅਦ ਬਿੱਲ ਦੇ ਲੈਂਦੇ ਸੀ। ਆਪਣੀ ਕਮਾਈ ਉਹਨਾਂ ਦੀ ਲੇਟ ਹੁੰਦੀ ਸੀ ਜਾਂ ਕਦੇ ਤਨਖਾਹ ਲੇਟ ਹੋ ਗਈ, ਉਹ ਕਾਫੀ ਜ਼ਿਆਦਾ ਫਾਇਦਾ ਇਸ ਚੀਜ਼ 'ਚੋਂ ਲੈ ਰਹੇ ਆ ਕਿ ਜੇ ਬਿੱਲ ਅੱਗੇ ਪਿੱਛੇ ਦੇ ਦਿੱਤਾ ਤੁਸੀਂ, ਮਤਲਬ ਕਿ ਤੁਹਾਨੂੰ ਵਾਧੂ ਰਕਮ ਦੇਣੀ ਪੈਂਦੀ ਹੈ ਕਈ ਵਾਰੀ ਬਿੱਲ ਦੇਰੀ ਨਾਲ ਚੁਕਾਉਣ ਦੇ ਲਈ, ਪਰ ਬੰਦਾ ਸਾਰ ਲੈਂਦਾ। ਜੇ ਮੀਟਰ ਉਹ ਆ ਗਏ ਜਿਨ੍ਹਾਂ ਦੇ ਵਿੱਚ ਕਾਰਡ ਪੈਣੇ, ਮੋਬਾਈਲ ਅੰਗ ਫੇਰ ਚੱਲਣੇ, ਕਿੰਨੀ ਦਿੱਕਤ ਦੀ ਗੱਲ ਆ। ਦੂਸਰੀ ਰਾਜਨੀਤੀ ਕਿ ਤੁਹਾਨੂੰ ਇੰਨੀ ਬਿਜਲੀ ਮੁਫਤ ਦੇਵਾਂਗੇ, ਤੁਹਾਨੂੰ ਇੰਨੀ ਬਿਜਲੀ ਮੁਫਤ ਦੇਵਾਂਗੇ। ਜਦੋਂ ਕੇਜਰੀਵਾਲ ਹੁਣਾਂ ਨੇ 300 ਯੂਨਿਟ ਫ੍ਰੀ ਦੇਣ ਦੀ ਗੱਲ ਕਹੀ ਸੀ, ਉਦੋਂ ਇਹ ਗੱਲ ਸਾਹਮਣੇ ਆ ਗਈ ਸੀ ਕਿ ਥੋੜੀ ਦੇਰ ਠਹਿਰੋ, ਕਿਸੇ ਪਾਰਟੀ ਨੇ 400 ਯੂਨਿਟ ਤੱਕ ਲੈ ਜਾਣਾ, ਕਿਸੇ ਪਾਰਟੀ ਨੇ 500 ਯੂਨਿਟ ਤੱਕ ਲੈ ਜਾਣਾ। ਹਰੇਕ ਪਾਰਟੀ ਦਾ ਜਿਹੜਾ ਮੇਨ ਮੁੱਦਾ ਬਿਜਲੀ ਹੁੰਦਾ ਹਮੇਸ਼ਾ ਤੋਂ ਆਇਆ। ਇੰਨੇ ਸਾਲ ਹੋ ਗਏ ਇੰਡੀਆ ਨੂੰ ਆਜ਼ਾਦ ਹੋਇਆ, ਫਿਰ ਵੀ ਸਾਡੇ ਦੇਸ਼ ਦੇ ਵਿੱਚ ਇਹ ਮੁੱਦਾ ਬਿਜਲੀ ਦਾ ਹੀ ਨਹੀਂ ਸੂਤ ਆਇਆ, ਤੇ ਵੋਟ ਬੈਂਕ ਦਾ ਇੱਕ ਬੜਾ ਵੱਡਾ ਮੁੱਦਾ ਹੈ। ਬਿਲਕੁਲ ਮੁਫਤ ਬਿਜਲੀ ਦੇਣੀ ਹੈ, ਪਰ ਬਿਜਲੀ ਤਾਂ ਹੈ ਨਹੀਂ। ਦੇਣੀ ਕਿੱਥੋਂ ਹੈ? ਸਵਾਲ ਇਹ ਹੈ। ਮੈਂ ਬਹੁਤ ਤਰੱਕੀ ਕਰਨੀ ਹੈ, ਬਹੁਤ ਇਨਵੈਸਟਮੈਂਟ ਕਰਨੀ ਆ ਤਾਂ ਕਿ ਸਾਡੀ ਅਰਥ ਵਿਵਸਥਾ ਬਹੁਤ ਮਜ਼ਬੂਤ ਹੋ ਜਾਏ। ਪੈਸਾ ਤਾਂ ਹੈ ਨਹੀਂ, ਪੈਸਾ ਕਿੱਥੋਂ ਲਿਆਉਣਾ? ਮਤਲਬ ਤੁਸੀਂ ਇਹ ਕਲੀਅਰ ਨਹੀਂ ਕਰਦੇ ਤੁਹਾਡਾ ਸੋਰਸ ਕੀ ਹੈ। ਠੀਕ ਹੈ। ਹੁਣ ਦੇਖੋ, ਜਿੱਦਾਂ ਆਪਾਂ ਬਿਜਲੀ ਦੀ ਗੱਲ ਕਰ ਰਹੇ ਹਾਂ, ਜਿਸ ਤਰ੍ਹਾਂ ਇਹ ਵਾਅਦੇ ਹੋ ਰਹੇ ਨੇ ਕਿ ਅਸੀਂ ਮੁਫਤ ਬਿਜਲੀ ਦੇਵਾਂਗੇ, ਜੋ ਚੀਜ਼ ਹੈ ਨਹੀਂ ਉਹ ਮੁਫਤ ਦੇਣਗੇ। ਪਹਿਲਾਂ ਉਹ ਪੈਦਾ ਤਾਂ ਕਰੋ ਨਾ। 70 ਸਾਲ ਤੋਂ ਜ਼ਿਆਦਾ ਹੋ ਗਏ, ਕੁਝ ਵੀ ਮੁਫਤ ਦੇਣ ਤੋਂ ਪਹਿਲਾਂ ਉਹ ਚੀਜ਼ ਹੋਣੀ ਚਾਹੀਦੀ ਹੈ, ਜੋ ਹੈ ਹੀ ਨਹੀਂ ਉਹ ਅਸੀਂ ਦੇ ਰਹੇ ਹਾਂ। ਔਰ 70 ਸਾਲ ਤੋਂ ਜ਼ਿਆਦਾ ਹੋ ਗਏ ਸਾਡੇ ਦੇਸ਼ ਨੂੰ ਆਜ਼ਾਦ ਹੋਏ ਨੂੰ, ਔਰ ਹਜੇ ਤੱਕ ਇਹ ਹਾਲਾਤ ਨੇ ਸਾਡੇ। ਇੱਥੋਂ ਤੱਕ ਕਿ ਕਈ ਇਲਾਕਿਆਂ 'ਚ ਪੀਣ ਦਾ ਪਾਣੀ ਵੀ ਨਹੀਂ ਪੁੱਜਿਆ। ਬਿਲਕੁਲ ਠੀਕ ਹੈ। ਔਰ ਜਦੋਂ ਅਸੀਂ ਦੇਖਦੇ ਹਾਂ ਕਿ ਕੰਪਨੀਆਂ ਕਹਿ ਰਹੀਆਂ ਨੇ ਸਾਡਾ ਕੋਲਾ ਖਤਮ ਹੋ ਰਿਹਾ, ਥਰਮਲ ਪਲਾਂਟ ਕਹਿ ਰਹੇ ਨੇ ਸਾਡਾ ਕੋਲਾ ਖਤਮ ਹੋ ਰਿਹਾ, ਪਹਿਲਾਂ ਕਿੱਥੇ ਸੀ? ਕਿਉਂਕਿ ਜਦੋਂ ਕੋਈ ਵੀ ਚੀਜ਼, ਮੈਂ ਤੁਹਾਡੀ ਗੱਲ ਰੋਕ ਰਹੀ ਹਾਂ, ਇਹ ਗੱਲ ਬਿਲਕੁਲ ਵਾਜਬ ਆ ਕਿ ਜਦੋਂ ਕੋਈ ਚੀਜ਼ ਮੁੱਕਣ ਵਾਲੀ ਹੁੰਦੀ, ਘਰੇ ਖੰਡ ਵੀ ਮੁੱਕਣ ਵਾਲੀ ਹੋਵੇ, ਮੰਮੀ ਰਸੋਈ 'ਚੋਂ ਛੇਤੀ ਕਹਿ ਦਿੰਦੇ ਆ ਕਿ 3-4 ਦਿਨਾਂ ਦੀ ਰਹਿ ਗਈ ਖੰਡ, ਫਟਾਫਟ ਦੁਕਾਨ ਤੋਂ ਖੰਡ ਲੈ ਆਓ। ਹਾਲਾਂਕਿ ਉਹਨੇ 4 ਖੰਡ ਗੁਆਂਢ ਵਾਲੀ ਦੁਕਾਨ ਤੋਂ ਮਿਲ ਜਾਣੀ, ਕਰਿਆਨੇ ਦੀ ਦੁਕਾਨ ਗਲੀ 'ਚ ਹੀ ਹੁੰਦੀ ਹੈ ਤੁਹਾਨੂੰ ਫੇਰ ਵੀ ਚਿੰਤਾ ਪੈ ਜਾਂਦੀ ਖੰਡ ਮੁੱਕ ਗਈ। ਇਹ ਤਾਂ ਪੂਰਾ ਪੰਜਾਬ ਚਲਾ ਰਿਹਾ, ਪੂਰਾ ਇੰਡੀਆ ਚਲਾ ਰਿਹਾ। ਔਰ ਕੰਟਰੈਕਟ ਦੇ ਮੁਤਾਬਿਕ, ਰੂਲ ਦੇ ਮੁਤਾਬਿਕ 1 ਮਹੀਨਾ ਪਹਿਲਾਂ ਜਾਂ 1 ਮਹੀਨੇ ਦਾ ਤੁਹਾਡੇ ਕੋਲ ਸਟਾਕ ਹੋਣਾ ਚਾਹੀਦਾ। ਬਿਲਕੁਲ, ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ। ਹੁਣ ਇਸ ਸਟਾਕ ਦੀ ਕਮੀ ਦਾ ਜ਼ਿੰਮੇਦਾਰ ਕੌਣ ਹੈ? ਪ੍ਰਾਈਵੇਟ ਕੰਪਨੀਆਂ ਜ਼ਿੰਮੇਦਾਰ ਨੇ, ਸਰਕਾਰ ਦੇ ਜਿਹੜੇ ਮੰਤਰੀ ਬੈਠੇ ਨੇ ਉਹ ਜ਼ਿੰਮੇਦਾਰ ਨੇ, ਕਰਮਚਾਰੀ ਜ਼ਿੰਮੇਦਾਰ ਨੇ। ਗਲਤੀ ਕਿੱਥੇ ਹੈ ਜਿਸ ਕਰਕੇ ਜਨਤਾ ਭੁਗਤਦੀ ਪਈ ਹੈ? ਰੋਪੜ ਦਾ ਥਰਮਲ ਪਲਾਂਟ ਬੰਦ ਹੋ ਗਿਆ, ਹੋਰ ਇੱਕਾ ਦੁੱਕਾ ਥਰਮਲ ਪਲਾਂਟ ਬੰਦ ਹੋਏ। ਜੋ ਕੋਲੇ ਦੀ ਸਪਲਾਈ ਮਿਲਦੀ ਸੀ ਉਹ ਘਟ ਗਈ, ਕਿਉਂਕਿ ਟਾਟਾ ਵੱਲੋਂ ਵੀ ਜੋ ਸਾਨੂੰ ਮਿਲਦੀ ਸੀ ਮਦਦ ਉਹ ਵੀ ਰੁਕ ਗਈ। ਹੁਣ ਇਹ ਸਾਰੀ ਕੁੱਲ ਮਿਲਾ ਕੇ ਸਥਿਤੀ ਇਹ ਪੈਦਾ ਹੋ ਗਈ ਕਿ ਮੈਂ ਕਿਉਂ ਸਫਰ ਕਰਾਂ, ਮੈਂ ਕਿਉਂ ਝੇਲਾਂ, ਤੁਸੀਂ ਕਿਉਂ ਝੇਲੋ, ਅਸੀਂ ਆਮ ਜਨਤਾ ਕਿਉਂ ਝੇਲੇ? ਕਿਉਂ ਨਹੀਂ ਸਰਕਾਰ ਦੇ ਵਿੱਚ ਐਸੇ ਬੰਦੇ ਕਾਬਿਲ
ਜਿਹੜੇ ਸਰਕਾਰ ਚਲਾਉਣਾ ਜਾਣਦੇ ਨੇ, ਜਿਹੜੇ ਦੇਸ਼ ਚਲਾਉਣਾ ਜਾਣਦੇ ਨੇ। ਜੇ ਤੁਸੀਂ ਨਹੀਂ ਜਾਣਦੇ ਤਾਂ ਪਿੱਛੇ ਹਟ ਜਾਓ ਨਾ, ਜਿਹੜੇ ਕਾਬਿਲ ਬੰਦੇ ਨੇ ਉਹਨਾਂ ਨੂੰ ਅੱਗੇ ਆਣ ਦਿਓ। ਤੇ ਇਦਾਂ ਨਹੀਂ ਲੱਗਦਾ ਜਿਹੜੇ ਬੰਦੇ ਸਰਕਾਰ ਚਲਾਉਣਾ ਜਾਣਦੇ ਆ, ਦੇਸ਼ ਚਲਾਉਣਾ ਜਾਣਦੇ ਆ, ਉਹਨਾਂ ਨੂੰ ਹੋਰ ਪਾਸੇ ਨੂੰ ਚਲਾ ਦਿੱਤਾ ਜਾਂਦਾ, ਜਾਓ ਭਾਈ ਤੁਸੀਂ ਜਾਓ, ਅਸੀਂ ਆਪੇ ਆਪਣੇ ਹੋਰ ਵੀ ਕਾਲੇ ਵਾਲੇ ਕਰਨੇ। ਬਿਲਕੁਲ, ਸਭ ਨੂੰ ਇਹ ਗੱਲਾਂ ਪਤਾ ਨੇ, ਠੀਕ ਹੈ ਨਾ। ਮਤਲਬ ਇਹ ਹੈ ਕਿ ਹੁਣ ਦੇਖੋ, ਇੱਕ ਹਵਾਈ ਜਹਾਜ਼ ਹੈ, ਹਵਾਈ ਜਹਾਜ਼ ਵਾਸਤੇ ਇੱਕ ਪਾਇਲਟ ਚਾਹੀਦਾ, ਬਿਲਕੁਲ ਉਹਦੀ ਟ੍ਰੇਨਿੰਗ ਹੋਏਗੀ, ਉਹਨੂੰ ਕੌਣ ਸਿਲੈਕਟ ਕਰੇਗਾ? ਉਹਨੂੰ ਸਿਲੈਕਟ ਕਰਨ ਵਾਲੇ ਉਹਦੇ ਸੀਨੀਅਰਸ ਹੋਣਗੇ, ਪਹਿਲਾਂ ਉਹਦੀ ਕਾਬਲੀਅਤ ਦੇਖਣਗੇ ਕਿ ਹਵਾਈ ਜਹਾਜ਼ ਉਡਾ ਸਕਦਾ ਹੈ, ਨਹੀਂ ਉਡਾ ਸਕਦਾ, ਤੇ ਜਿਹੜਾ ਉਡਾ ਸਕਦਾ ਉਹਨੂੰ ਦਿੱਤਾ ਜਾਏਗਾ। ਲੇਕਿਨ ਇੱਥੇ ਜਿਸ ਦੇ ਕੋਲ ਜ਼ਿਆਦਾ ਵੋਟਾਂ ਆ ਗਈਆਂ ਉਹ ਪਾਇਲਟ ਬਣ ਗਿਆ। ਹੁਣ ਉਹਨੂੰ ਜਹਾਜ਼ ਉਡਾਉਣਾ ਆਉਂਦਾ ਕਿ ਨਹੀਂ ਉਡਾਉਣਾ ਆਉਂਦਾ ਉਹ ਵੱਖਰੀ ਗੱਲ ਹੈ, ਲੇਕਿਨ ਵੋਟਾਂ ਦੇ ਸਿਰ ਦੇ ਉੱਤੇ ਉਹ ਪਾਇਲਟ ਬਣ ਗਿਆ। ਜੇ ਪਾਇਲਟ ਆਪਾਂ ਇਦਾਂ ਹੀ ਚੁਣਾਂਗੇ ਤਾਂ ਉਹ ਕ੍ਰੈਸ਼ ਕਰੇਗਾ, ਪਲੇਨ ਨੂੰ ਕ੍ਰੈਸ਼ ਕਰੇਗਾ। ਸੋ ਵੋਟਾਂ ਦੀ ਜਿਹੜੀ ਚੀਜ਼ ਹੈ ਨਾ, ਇੱਕ ਆਰਟ ਹੈ। ਵੋਟਿੰਗ ਇਜ਼ ਐਨ ਆਰਟ, ਜੋ ਸਾਨੂੰ ਸਕੂਲ ਵਿੱਚ ਸਿਖਾਈ ਜਾਣੀ ਚਾਹੀਦੀ ਹੈ, ਜੋ ਸਾਨੂੰ ਕਾਲਜ ਵਿੱਚ ਸਿਖਾਈ ਜਾਣੀ ਚਾਹੀਦੀ ਹੈ। ਇਹ ਨਹੀਂ ਕਿ ਅਸੀਂ ਕਿਤੇ ਸੋਸ਼ਲ ਮੀਡੀਆ ਦੇ ਉੱਤੇ ਕੋਈ ਮੂਵਮੈਂਟ ਚੱਲੀ, ਕਿਸੇ ਪਾਸੇ ਕੋਈ ਹਵਾ ਦਾ ਰੁਖ ਦੇਖਿਆ, ਸਾਰੇ ਉਧਰ ਨੂੰ ਤੁਰ ਪਏ ਬਿਨਾਂ ਸੋਚੇ ਸਮਝੇ ਕਿ ਅਸੀਂ ਕਿਹਨੂੰ ਵੋਟ ਪਾਉਣੀ, ਕਿਹਨੂੰ ਵੋਟ ਨਹੀਂ ਪਾਉਣੀ। ਤੋ ਵੋਟਿੰਗ ਜਿਹੜੀ ਹੈ ਨਾ, ਉਹ ਆਰਟ ਹੈ ਡੈਮੋਕ੍ਰੇਸੀ ਦੇ ਵਿੱਚ, ਇਹ ਸਭ ਤੋਂ ਵੱਡਾ ਵੈਪਨ ਹੈ। ਸੁਕਰਾਤ ਨੇ ਬਹੁਤ ਪਹਿਲਾਂ ਹੀ ਗੱਲ ਕਹੀ ਸੀ, ਕਹਿੰਦੇ ਡੈਮੋਕ੍ਰੇਸੀ ਫੇਲ ਹੋ ਸਕਦੀ ਹੈ ਜੇ ਲੋਕਾਂ ਨੂੰ ਵੋਟਾਂ ਪਾਉਣ ਦੀ ਜਾਂਚ ਨਹੀਂ ਹੁੰਦੀ। ਸੋ ਇਹ ਸਾਨੂੰ ਨਹੀਂ ਸਿਖਾਇਆ ਜਾਂਦਾ, ਨਾ ਸਕੂਲ ਵਿੱਚ ਨਾ ਕਾਲਜ ਵਿੱਚ। ਸਾਡੇ ਤਾਂ ਵੋਟਾਂ ਇਦਾਂ ਪੈਂਦੀਆਂ, ਜੇ ਪੰਜਾਬ ਦੀ ਜਿੱਥੋਂ ਤੱਕ ਆਪਾਂ ਦੇਖਿਆ ਆ ਕਿ ਦਾਦੇ ਨਾਨੇ ਕਿਹਨੂੰ ਪਾਉਂਦੇ ਆਏ ਆ, ਤੇ ਸਾਡੀ ਐਤਕੀ ਪਾਰਟੀ ਜਿਹੜੀ ਆ ਕੋਈ ਹੋਰ ਪਾਰਟੀ ਜਿੱਤੀ ਹੋਈ ਆ, ਤੇ ਇਸ ਵਾਰੀ ਜਿਹੜੀ ਪਾਰਟੀ ਜਿੱਤੀ ਹੋਈ ਆ ਉਹਨੇ ਸਾਡੇ ਟੱਬਰ ਨੂੰ ਪਰੇਸ਼ਾਨ ਕੀਤਾ, ਅਗਲੀ ਵਾਰ ਸਾਡੀ ਪਾਰਟੀ ਆ ਲੈਣ ਦੋ, ਫਿਰ ਇਹਨਾਂ ਨੂੰ ਠੀਕ ਕਰਾਂਗੇ। ਸੋ ਅਦਲਾ ਬਦਲੀ, ਬਾਰੋ ਬਾਰੀ ਇੱਕ ਦੂਏ ਨੂੰ ਖੂੰਜੇ ਲਾਉਣ ਦੇ ਲਈ ਪਾਰਟੀਆਂ ਲਿਆਈਆਂ ਜਾਂਦੀਆਂ ਕਿ ਸਾਡੇ ਬੰਦੇ ਆ ਲੈਣ ਦੋ, ਐਤਕੀ ਬਦਲਾ ਲਵਾਂਗੇ, ਸਾਡੇ ਬੰਦੇ ਆ ਲੈਣ ਦੋ। ਕਿਤੇ ਨਾ ਕਿਤੇ ਇੱਥੇ ਜਨਤਾ ਦਾ ਵੀ ਰੋਲ ਬਹੁਤ ਵੱਡਾ ਹੋ ਜਾਂਦਾ। ਅਸੀਂ ਖੁਦ ਆਪਣੇ ਫਾਇਦੇ ਲੈਣ ਦੇ ਲਈ ਨੁਮਾਇੰਦੇ ਉਦਾਂ ਦੇ ਚੁਣਦੇ ਆ ਜਿਹੜੇ ਬਾਅਦ ਦੇ ਵਿੱਚ ਸਾਨੂੰ ਏਦਾਂ ਲੱਗਦਾ ਕਿ ਸਾਡੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ। ਹੁਣ ਗੱਲ ਹੋਈ ਹੈ ਜਨਤਾ ਦੇ ਸੋਚ ਦੀ ਜਾਂ ਜਨਤਾ ਦੇ ਫਾਇਦਿਆਂ ਦੀ, ਹਨਾ। ਅਸੀਂ ਘਰੇ ਕਿੰਨੀ ਦੇਰ ਏਸੀ ਪਹਿਲਾਂ ਚਲਾ ਲਈਦਾ ਕਿ ਕਮਰਾ ਠੰਡਾ ਹੋ ਜਾਵੇ ਅੰਦਰ ਵੜਨ ਤੋਂ ਪਹਿਲਾਂ, ਕਿ ਸਾਡੇ ਸਰੀਰ ਇੰਨੇ ਸੋਲ ਹੋ ਗਏ ਕਿ ਅਸੀਂ 2 ਮਿੰਟ ਉੱਥੇ ਬਹਿ ਕੇ ਗਰਮੀ ਨਹੀਂ ਝੱਲ ਸਕਦੇ। ਸਾਡੇ ਬੈਠਿਆਂ ਜੇ ਏਸੀ ਆ 24-25 ਤੇ ਵੀ ਚੱਲ ਜਾਊਗਾ ਤਾਂ ਕੀ ਹੋ ਜਾਊਗਾ, ਸਾਨੂੰ 16 ਤੇ ਚਾਹੀਦਾ। ਕਿਤੇ ਨਾ ਕਿਤੇ ਇਨਸਾਨ ਦੀਆਂ ਗਲਤੀਆਂ ਨੇ ਵੀ ਬਿਜਲੀ ਦਾ ਆਹ ਦਿਨ ਸਾਨੂੰ ਦਿਖਾਇਆ। ਬਿਲਕੁਲ, ਪੱਖੇ ਚੱਲਦੇ ਛੱਡ ਦਿੰਨੇ ਆ, ਬੱਤੀਆਂ ਜਗਦੀਆਂ ਛੱਡ ਦਿੰਨੇ ਆ, ਖਾਸ ਕਰਕੇ ਦਫ਼ਤਰਾਂ ਦੀਆਂ, ਉਹਨੂੰ ਆਪਣਾ ਘਰ ਨਹੀਂ ਸਮਝਦੇ। ਬਿਲਕੁਲ। ਔਰ ਕਈ ਬੜੇ ਅਮੀਰ ਲੋਕ ਨੇ, ਉਹ ਪਰਵਾਹ ਹੀ ਨਹੀਂ ਕਰਦੇ, ਬਿੱਲ ਆ ਜਾਏਗਾ ਦੇ ਦਾਂਗੇ ਯਾਰ, 50,000 ਆ ਗਿਆ, 1 ਲੱਖ ਆ ਗਿਆ, ਉਹ ਤਾਂ ਦੇ ਦਿਓਗੇ, ਪਰ ਬਿਜਲੀ ਤਾਂ ਨਹੀਂ ਨਾ ਆ ਸਕਦੀ ਜਿੱਥੇ ਚਾਹੀਦੀ ਆ ਉੱਥੇ ਚਾਹੀਦੀ ਆ। ਔਰ ਇਹ ਇੱਕ ਮੁੱਦਾ ਹੈ, ਇਸ ਮੁੱਦੇ ਨੂੰ ਨਾ ਕੋਈ ਠੰਡਾ ਪੈਣ ਦਿੰਦਾ, ਇਹਨੂੰ ਹੋਰ ਚੁੱਕਦੇ ਨੇ, ਕਿਉਂਕਿ ਅਸੀਂ ਜਿਸ ਲੋਕਤੰਤਰ 'ਚ ਰਹਿੰਦੇ ਹਾਂ, ਡੈਮੋਕ੍ਰੇਸੀ 'ਚ ਰਹਿੰਦੇ ਹਾਂ, ਉਹ ਇਸ਼ੂ ਬੇਸਡ ਪੋਲਿਟਿਕਸ ਹੈ। ਜਦੋਂ ਤੱਕ ਮੁੱਦੇ ਰਹਿਣਗੇ ਉਦੋਂ ਤੱਕ ਰਾਜਨੀਤੀ ਚੱਲੂਗੀ। ਇਸ ਕਰਕੇ ਮੁੱਦੇ ਠੰਡੇ ਨਹੀਂ ਹੋਣ ਦੇਣੇ ਜੀ, ਠੀਕ ਹੈ ਨਾ। ਜੇ ਮੁੱਦੇ ਠੰਡੇ ਪੈ ਗਏ ਤੇ ਫਿਰ ਕਿਸ ਨੂੰ ਮੁੱਦਾ ਬਣਾ ਕੇ ਸਰਕਾਰਾਂ ਚ ਆਉਣਗੇ, ਵੋਟਾਂ ਲੈਣਗੇ, ਕਿਉਂਕਿ ਜਨਤਾ ਦੀ ਸੇਵਾ ਕਰਨੀ ਹੈ ਨਾ, ਤੇ ਜਨਤਾ ਦੀ ਸੇਵਾ ਕਰਨ ਵਾਸਤੇ ਮੁੱਦੇ ਚਾਹੀਦੇ ਨੇ। ਜਿੰਨੇ ਜ਼ਿਆਦਾ ਮੁੱਦੇ ਹੋਣਗੇ ਉਨੀ ਵੱਧ ਸੇਵਾ ਕਰਨ ਦਾ ਮੌਕਾ ਮਿਲੇਗਾ। ਇਹ ਵੀ ਚੀਜ਼ਾਂ ਅਸੀਂ ਸੋਚਣੀਆਂ ਨੇ। ਬਿਲਕੁਲ ਸਹੀ ਗੱਲ ਹੈ। ਸੋ ਜਨਤਾ ਦੋਵੇਂ ਪਾਸੇ ਪਿਸਦੀ ਹੈ, ਵਿਚਾਰੀ ਕਰੇ ਤੇ ਕੀ ਕਰੇ। ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ। ਠੰਡਾ ਪਾਣੀ ਤਾਂ ਮਿਲੂਗਾ ਨਾ ਜੇ ਬਿਜਲੀ ਆਊਗੀ। ਹਾਂ, ਫ੍ਰਿਜ ਨਹੀਂ ਚੱਲਣੀ ਤੇ ਠੰਡਾ ਪਾਣੀ ਕਿੱਥੋਂ ਹੋਣਾ। ਸਹੀ ਗੱਲ ਹੈ, ਘੜੇ ਦੇ ਪਾਣੀ ਨਾਲ ਸਾਰਨਾ ਪਊਗਾ, ਘੜੇ ਦਾ ਪਾਣੀ ਪੀਓ। ਗੱਲ ਇਹ ਹੈ ਕਿ ਸਾਡੇ ਕੋਲ ਕੋਈ ਸੋਲੂਸ਼ਨ ਨਹੀਂ। ਕਈ ਵਾਰ ਇਦਾਂ ਲੱਗਦਾ ਕਿ ਅਸੀਂ ਬੈਠੇ ਵਿਚਾਰੇ ਫਿਲਮ ਦੇਖਦੇ ਪਏ ਹਾਂ, ਪਰ ਇਹ ਲੋਕ ਫਿਲਮ ਚਲਾ ਰਹੇ ਨੇ, ਅਸੀਂ ਬਸ ਟਿਕਟਾਂ ਲਿੱਤੀਆਂ ਹੋਈਆਂ ਨੇ, ਬੈਠੇ ਹੋਏ ਹਾਂ, ਪਤਾ ਨਹੀਂ ਸਾਨੂੰ ਸਾਡੀਆਂ ਟਿਕਟਾਂ ਦਾ ਮੁੱਲ ਮਿਲਦਾ ਵੀ ਪਿਆ ਕਿ ਨਹੀਂ ਮਿਲਦਾ ਪਿਆ, ਦੇਖਦੇ ਪਏ ਹਾਂ। ਦੂਜੇ ਪਾਸੇ ਲੋਕ, ਜਿਵੇਂ ਸ਼ੇਕਸਪੀਅਰ ਕਹਿੰਦਾ ਕਿ ਪੂਰੀ ਦੁਨੀਆ ਨਾਟਕ ਹੈ, ਸਟੇਜ ਹੈ, ਤੇ ਮੇਨ ਐਕਟਰ ਇਹ ਨੇ, ਮੇਨ ਰੋਲ ਇਹ ਨੇ, ਅਸੀਂ ਤਾਂ ਵਿਚਾਰੇ ਐਕਸਟਰਾ ਖੜੇ ਹੋਏ ਹਾਂ। ਤੁਸੀਂ ਸਾਲ ਬਾਅਦ ਟਿਕਟਾਂ ਲੈ ਲਈਆਂ, ਇਹ 5 ਸਾਲ ਤੁਹਾਨੂੰ ਸ਼ੋਅ ਦਿਖਾਉਂਦੇ ਆ। ਬਿਲਕੁਲ ਹੈ। ਸੋ ਅਸੀਂ ਜਿਹੜੇ ਨਾ, ਜਿਵੇਂ ਗਿਣਤੀ ਪੂਰੀ ਕਰਨ ਵਾਸਤੇ ਆਏ ਹੋਏ ਆ, ਕਿ ਤੁਹਾਨੂੰ ਵੀ ਚਾਹੀਦਾ ਹੈ ਰੋਲ ਕਿ ਤੁਸੀਂ ਇੱਥੇ ਖੜੇ ਰਹੋ, ਤੁਸੀਂ ਪਿੱਛੋਂ ਦੀ ਲੰਘ ਜਾਈਓ, ਤੁਸੀਂ ਟ੍ਰੇ ਲੈ ਕੇ ਲੰਘ ਜਾਈਓ। ਮੇਨ ਰੋਲ ਇਹਨਾਂ ਦੇ ਨੇ, ਅਸੀਂ ਖੜੇ ਆ ਵਿਚਾਰੇ ਐਕਸਟਰਾਸ। ਸੋ ਇਹਨਾਂ ਐਕਸਟਰਾ ਦੀ ਯਾਦ ਉਦੋਂ ਆਉਂਦੀ ਹੈ ਜਦੋਂ 5 ਸਾਲ ਬੀਤ ਜਾਂਦੇ ਨੇ, ਉਦੋਂ ਇਹਨਾਂ ਨੂੰ ਇੰਪੋਰਟੈਂਟ, ਇਹ ਬੜੇ ਇੰਪੋਰਟੈਂਟ ਨੇ ਜੀ। ਸਾਡੀ ਜਮਹੂਰੀਅਤ ਹੈ, ਸਾਡੇ ਲੋਕ ਨੇ, ਸਾਡੇ ਨਾਗਰਿਕ ਨੇ। 5 ਸਾਲੇ ਨਾਗਰਿਕ ਕਿੱਥੇ ਜਾਂਦੇ ਨੇ? ਬਿਲਕੁਲ, ਤੁਸੀਂ ਦੇਖਦੇ ਹੋ ਜੋ ਹਾਲ ਹੁੰਦਾ ਨਾਗਰਿਕਾਂ ਦਾ। ਪੈਸੇ ਦੇਣੇ ਹੋਣ ਜਨਤਾ ਨੇ ਸਰਕਾਰ ਨੂੰ, ਜੇ ਪੈਸੇ ਲੈਣੇ ਹੋਣ ਜਨਤਾ ਨੇ ਸਰਕਾਰ ਤੋਂ, ਲਾਈਨ 'ਚ ਜਨਤਾ ਨੂੰ ਲੱਗਣਾ ਪਏਗਾ। ਔਰ ਬੱਤੀ ਅੱਗੋਂ ਹੈ ਨਹੀਂ ਤੇ ਬੁਰੇ ਹਾਲ ਗਰਮੀ ਦੇ ਵਿੱਚ। ਤੁਸੀਂ ਦੇਖੋ ਹੁਣ ਵੋਟਾਂ ਜਿੱਦਾਂ ਲਾਗੇ ਆ ਰਹੀਆਂ, ਉਦਾਂ ਹਰੇਕ ਪਾਰਟੀ ਬਿਜਲੀ ਨੂੰ ਲੈ ਕੇ ਤੀਜੇ ਚੌਥੇ ਦਿਨ ਕੋਈ ਨਾ ਕੋਈ ਨਵਾਂ ਬਿਆਨ ਦੇ ਦਿੰਦੀ। ਬਿਲਕੁਲ, ਹੱਲੇ ਤੱਕ ਕਿਸ ਪਾਰਟੀ ਨੇ ਐਜੂਕੇਸ਼ਨ ਨੂੰ ਲੈ ਕੇ ਕੋਈ ਬਿਆਨ ਦਿੱਤਾ ਕਿ ਇਦਾਂ ਦੇ ਬੱਚਿਆਂ ਲਈ ਇਦਾਂ ਦੀ ਸਿੱਖਿਆ ਹੋਏਗੀ,
ਕਿਸ ਪਾਰਟੀ ਨੇ ਮੈਡੀਕਲ ਸਹੂਲਤਾਂ ਨੂੰ ਲੈ ਕੇ ਬਿਆਨ ਦਿੱਤੇ? ਸਿਵਲ ਹਸਪਤਾਲਾਂ ਦਾ ਹਾਲ ਕਿਸੇ ਤੋਂ ਨਹੀਂ ਲੁਕਿਆ, ਉੱਥੇ ਮਰੀਜ਼ਾਂ ਦੇ ਕੀ ਹਾਲਾਤ ਹੁੰਦੇ ਨੇ, ਡਾਕਟਰਸ ਕਿੰਨੇ ਪਰੇਸ਼ਾਨੀ ਦੇ ਵਿੱਚ ਜਾਂ ਕਿੰਨੇ ਸਟ੍ਰੈਸ ਦੇ ਵਿੱਚ ਰਹਿੰਦੇ ਨੇ। ਜਿੱਥੇ ਸਹੂਲਤਾਂ ਸਰਕਾਰ ਨੇ ਦੇਣੀਆਂ ਉੱਥੇ ਕਈ ਡਾਕਟਰ ਵੀ ਵਿਚਾਰੇ ਕੀ ਕਰ ਸਕਦੇ ਨੇ। ਬਿਲਕੁਲ ਸਹੀ ਗੱਲ ਹੈ। ਤੇ ਉਸ ਤੋਂ ਬਾਅਦ ਕੋਈ ਇਹ ਮੁੱਦੇ ਨਹੀਂ ਚੱਕਦਾ ਕਿ ਸਾਇੰਸ ਦੀ ਲਾਈਨ ਦੇ ਵਿੱਚ ਅਸੀਂ ਕਿੰਨੇ ਬੱਚਿਆਂ ਨੂੰ ਲੈ ਕੇ ਜਾਣਾ, ਖੇਡਾਂ ਦੇ ਵਿੱਚ ਅਸੀਂ ਕਿੰਨੇ ਬੱਚਿਆਂ ਨੂੰ ਲੈ ਕੇ ਜਾਣਾ। ਹੁਣ ਪੰਜਾਬ ਦੀ ਹਾਕੀ ਟੀਮ ਦੀ ਸਪਾਂਸਰ ਉੜੀਸਾ ਦੀ ਸਰਕਾਰ ਹੁੰਦੀ ਹੈ, ਬਿਲਕੁਲ, ਤੇ ਇੱਥੇ ਮੰਤਰੀਆਂ ਦੀਆਂ ਜਿਪਸੀਆਂ ਦੇ ਤੇਲ ਹੀ ਪੂਰੇ ਨਹੀਂ ਹੁੰਦੇ। ਸਹੀ ਗੱਲ ਹੈ। ਮੰਤਰੀਆਂ ਦੇ ਜਿਹੜੇ ਗਾਰਡ ਇੰਨੇ ਉਹਨਾਂ ਨੇ ਰੱਖੇ ਹੋਏ ਆ, ਉਹਨਾਂ ਦੇ ਖਰਚੇ ਹੀ ਨਹੀਂ ਪੂਰੇ ਹੁੰਦੇ। ਤੇ ਮੈਨੂੰ ਇੱਥੇ ਇਹ ਗੱਲ ਚੇਤਾ ਆਉਂਦੀ ਹੈ ਕਿ ਕਈ ਲੋਕਾਂ ਨੇ ਸਵਾਲ ਚੱਕਿਆ ਸੀਗਾ ਕਿ ਔਰਤਾਂ ਦਾ ਬੱਸਾਂ ਦਾ ਸਫ਼ਰ ਕਿਉਂ ਫ੍ਰੀ ਕੀਤਾ ਗਿਆ, ਇਹਦੇ ਨਾਲ ਸਰਕਾਰ ਦੇ ਉੱਤੇ ਬੜਾ ਬੋਝ ਪੈਣਾ। ਬਿਲਕੁਲ। ਚਲੋ ਮੈਂ ਸਹਿਮਤ ਹਾਂ ਕਿ ਫ੍ਰੀ ਦੀ ਆਦਤ ਨਹੀਂ ਹੋਣੀ ਚਾਹੀਦੀ, ਸਾਨੂੰ ਰੋਜ਼ਗਾਰ ਦਿਓ, ਸਾਨੂੰ ਇੰਨੇ ਸਸ਼ਕਤ ਬਣਾਓ ਕਿ ਅਸੀਂ ਆਰਾਮ ਦੇ ਨਾਲ ਆਪਣਾ ਖਰਚਾ ਚਲਾ ਸਕੀਏ। ਸਾਨੂੰ ਬਿਲਕੁਲ ਵੀ ਲੋੜ ਨਾ ਪਵੇ ਕਿ ਅਸੀਂ ਫ੍ਰੀ ਦੇ ਵੱਲ ਦੇਖੀਏ, ਹੈਨਾ। ਫ੍ਰੀ ਚੀਜ਼ਾਂ ਜਿਹੜੀਆਂ ਨੇ ਨਾ, ਇੱਕ ਤਾਂ ਆਲਸੀ ਬਣਾ ਦੇਣਗੀਆਂ। ਉਹ ਹਮੇਸ਼ਾ ਇਹੀ ਇੰਤਜ਼ਾਰ ਕਰੇਗਾ, ਹਮੇਸ਼ਾ ਇਹੀ ਕਾਮਨਾ ਕਰੇਗਾ, ਇਹੀ ਸੋਚੇਗਾ ਮੈਨੂੰ ਇਹ ਚੀਜ਼ ਫ੍ਰੀ ਮਿਲ ਜਾਏ, ਇਹ ਚੀਜ਼ ਫ੍ਰੀ ਮਿਲ ਜਾਏ, ਕੰਮ ਕਰਨਾ ਛੱਡ ਦਊਗਾ। ਤੁਹਾਡੀ ਗੱਲ ਬਿਲਕੁਲ ਠੀਕ ਆ, ਫ੍ਰੀ ਚੀਜ਼ ਨਹੀਂ ਚਾਹੀਦੀ, ਸਾਨੂੰ ਕੰਮ ਚਾਹੀਦਾ। ਬਿਲਕੁਲ। ਇੱਥੇ ਮੈਂ ਇੱਕ ਗੱਲ ਹੋਰ ਜੋੜਨਾ ਚਾਹੂੰਗੀ ਨਾਲ, ਜਿਹੜੇ ਸਵਾਲ ਚੱਕ ਰਹੇ ਆ ਕਿ ਔਰਤਾਂ ਦੇ ਲਈ ਬੱਸਾਂ ਦਾ ਸਫ਼ਰ ਫ੍ਰੀ ਕਿਉਂ ਹੋਇਆ, ਉਹਨਾਂ ਨੂੰ ਮੇਰਾ ਸਵਾਲ ਆ, ਤੁਸੀਂ ਇੰਨੇ ਸਾਲਾਂ ਤੋਂ ਫ੍ਰੀ ਤੇਲ ਪਵਾ ਕੇ ਜਿਪਸੀਆਂ ਪੂਰੇ ਸੜਕਾਂ ਤੇ ਘਮਾਉਂਦੇ ਆ, ਉਹ ਫ੍ਰੀ ਕਿਉਂ ਆ? ਤੁਹਾਨੂੰ ਵੀ ਤਨਖਾਹ ਮਿਲਦੀ ਹੈ, ਤੁਹਾਡੇ ਖਰਚੇ ਫ੍ਰੀ ਕਿਉਂ ਹੈ, ਤੁਹਾਡਾ ਆਉਣ ਜਾਣ ਫ੍ਰੀ ਕਿਉਂ ਹੈ? ਇੱਥੋਂ ਤੱਕ ਕਿ ਤੁਹਾਡਾ ਖਾਣਾ ਜੋ ਹੈ ਉਹ ਵੀ ਫ੍ਰੀ ਹੈ, ਸਬਸਿਡੀ ਹੈ। ਕਿਉਂ ਹੈ? ਸਾਡੀ ਗੈਸ ਤੇ ਵੀ ਸਬਸਿਡੀ ਸਾਡੇ ਬਿਜਲੀ ਦੇ ਬਿੱਲ ਵੀ ਫ੍ਰੀ ਹੈ, ਤੁਹਾਨੂੰ ਟੋਲ ਟੈਕਸ ਵੀ ਫ੍ਰੀ ਸੀ ਜਦੋਂ ਚੱਲਦਾ ਹੁੰਦਾ ਸੀ, ਟੈਲੀਫੋਨ ਵੀ ਫ੍ਰੀ ਹੈ, ਉਹਨਾਂ ਦੇ ਟੈਲੀਫੋਨ ਵੀ, ਆਪ ਤੁਹਾਡਾ ਸਾਰਾ ਕੁਝ ਫ੍ਰੀ ਆ। ਜਦੋਂ ਕਿਸੇ, ਚਲੋ ਮੈਂ ਤਾਂ ਇਹ ਕਹਿੰਨੀ ਆ, ਜਿਹੜਾ ਫ੍ਰੀ ਸਫ਼ਰ ਆ ਜਾਂ ਹੋਰ ਵੀ ਕਈ ਫ੍ਰੀ ਸਹੂਲਤਾਂ ਆ, ਬੰਦੇ ਦਾ ਆਰਥਿਕ ਸਟੇਟਸ, ਜਿਹਨੂੰ ਆਪਾਂ ਇਕਨੋਮਿਕ ਸਟੇਟਸ ਕਹਿੰਦੇ ਆ, ਉਹ ਦੇਖ ਕੇ ਹੀ ਫ੍ਰੀ ਦੇਣਾ ਚਾਹੀਦਾ। ਬਜ਼ੁਰਗਾਂ ਦਾ ਸਫ਼ਰ ਫ੍ਰੀ ਹੋਣਾ ਚਾਹੀਦਾ, ਜਿਨ੍ਹਾਂ ਦੇ ਬੱਚੇ ਚਲੋ ਨਹੀਂ ਹੈਗੇ ਜਾਂ ਉਹਨਾਂ ਦੇ ਬੱਚੇ ਉਹਨਾਂ ਨੂੰ ਪੁੱਛਦੇ ਨਹੀਂ, ਮਤਲਬ ਆਰਥਿਕ ਸਹਾਇਤਾ ਜਿਹੜੀ ਬੰਦੇ ਨੂੰ ਉਹਨੂੰ ਦੇਣੀ ਚਾਹੀਦੀ ਜਿਹਨੂੰ ਲੋੜ ਆ। ਪਰ ਆਪ ਤੁਹਾਡਾ ਇੰਨਾ ਕੁਝ ਫ੍ਰੀ ਕਿਉਂ ਆ? ਸਭ ਕੁਝ ਫ੍ਰੀ ਹੈ, ਵਿਦੇਸ਼ ਯਾਤਰਾ ਫ੍ਰੀ ਹੈ, ਸਭ ਕੁਝ ਫ੍ਰੀ ਹੈ। ਮੈਂ ਤਾਂ ਕਈ ਵਾਰ ਇਸ ਚੀਜ਼ ਤੇ ਵੀ ਇਤਰਾਜ਼ ਕਰਦਾ ਹਾਂ ਕਿ ਜਿਹੜੇ ਰੱਜੇ ਪੁੱਜੇ ਘਰਾਂ ਦੇ ਲੋਕ ਨੇ, ਕਈ ਵਾਰ ਕਹਿਣਗੇ ਅਸੀਂ ਬੁਢਾਪਾ ਪੈਨਸ਼ਨ ਲਵਾ ਲਈ। ਹਾਂ, ਉਹ ਬੜੀ ਹੈਰਾਨਗੀ ਦੀ ਗੱਲ ਹੈ। ਕਿਉਂ ਲਵਾ ਲਈ? ਜਿੱਥੇ ਲੋੜ ਹੈ ਉੱਥੇ ਪਹੁੰਚਣ ਦਿਓ ਨਾ। ਤੁਹਾਡੇ ਸਾਰੇ ਪੁੱਤਰ, ਸਾਡੇ ਬੱਚੇ ਕਮਾਉਂਦੇ ਨੇ, ਤੁਹਾਡਾ ਇੰਨਾ ਬੈਂਕ ਬੈਲੈਂਸ ਹੈ, ਉਹ 1500 ਰੁਪਏ ਨਾਲ ਤੁਹਾਡਾ ਕੀ ਬਣ ਜਾਣਾ? ਚੰਗੇ ਘਰਾਂ ਦੇ ਲੋਕ ਸਰਕਾਰੀ ਦਾਣੇ ਲੈਂਦੇ ਦੇਖੇ। ਬਿਲਕੁਲ ਹੈ। ਔਰ ਉਹ ਜਿਨ੍ਹਾਂ ਨੇ ਝੂਠੇ ਮੁੱਠੇ ਕਾਰਡ ਬਣਾਏ ਆ, ਤੁਸੀਂ ਕੀ ਕਹੋਗੇ ਇਹੋ ਜਿਹੇ ਲੋਕਾਂ ਨੂੰ? ਪਰ ਮੈਂ ਹੈਰਾਨ ਹੁੰਦੀ ਆ ਉਹਨਾਂ ਲੋਕਾਂ ਦੀ ਮਾਨਸਿਕਤਾ ਤੇ, ਖਾਸ ਤੌਰ ਤੇ ਸਾਡੇ ਨੁਮਾਇੰਦਿਆਂ ਦੀ ਮਾਨਸਿਕਤਾ ਤੇ, ਜਿਹੜੇ ਆਪ ਸਾਰਾ ਕੁਝ ਫ੍ਰੀ ਲੈ ਕੇ ਜਨਤਾ ਨੂੰ ਵੀ ਫ੍ਰੀ ਦੀਆਂ ਦਹਾਈਆਂ ਦਿੰਦੇ ਆ। ਤੁਸੀਂ ਰੋਜ਼ਗਾਰ ਮੁਹੱਈਆ ਕਰਨ ਦੀਆਂ ਗੱਲਾਂ ਕਰੋ, ਤੁਸੀਂ ਸਾਰਾ ਕੁਝ ਏਦਾਂ ਦੀਆਂ ਗੱਲਾਂ ਕਰੋ ਜਿਨ੍ਹਾਂ ਨਾਲ ਬੱਚਿਆਂ ਨੂੰ ਲੱਗੇ ਕਿ ਅਸੀਂ ਇੱਥੇ ਪੜਾਂਗੇ, ਸਾਡਾ ਪੰਜਾਬ 'ਚ ਕੁਝ ਬਣੂਗਾ। ਕਿਉਂ ਬੱਚੇ ਇੰਨਾ ਪੈਸਾ ਲਾ ਕੇ ਵਿਦੇਸ਼ਾਂ 'ਚ ਜਾ ਰਹੇ? ਕਾਰਨ ਤਾਂ ਇਹੀ ਹੈ ਨਾ, ਕਾਰਨ ਇਹੀ ਹੈ। ਔਰ ਉਹਨਾਂ ਨੂੰ ਦਿਖਦਾ ਕੀ ਹੈ ਕਿ ਉਹਨਾਂ ਦਾ ਜਿਹੜਾ ਹੁਨਰ ਹੈ ਉਹ ਇੱਥੇ ਰਹਿ ਕੇ ਜ਼ਾਇਆ ਹੋ ਜਾਊਗਾ। ਔਰ ਇੱਕ ਬੰਦੇ ਵਾਸਤੇ ਇਸ ਤੋਂ ਵੱਡੀ ਸਜ਼ਾ ਨਹੀਂ ਹੋ ਸਕਦੀ ਕਿ ਉਹਦਾ ਹੁਨਰ ਜ਼ਾਇਆ ਹੋ ਜਾਏ, ਉਹਦਾ ਟੈਲੈਂਟ ਵੇਸਟ ਹੋ ਜਾਏ। ਇਸ ਤੋਂ ਵੱਡੀ ਸਜ਼ਾ ਨਹੀਂ ਹੈ ਉਹਦੇ ਵਾਸਤੇ। ਸੋ ਕੁੱਲ ਮਿਲਾ ਕੇ ਸਥਿਤੀ ਇਹ ਹੈ। ਹਾਂ, ਇੱਕ ਚੀਜ਼ ਇਹਦੇ ਵਿੱਚ ਜ਼ਰਾ ਮਜ਼ਾਕ ਵਾਲੀ ਪੈਦਾ ਹੁੰਦੀ ਕਿ ਜਿਹੜੇ ਲੋਕ ਕਹਿੰਦੇ ਸੀ ਨਾ ਸਾਡਾ ਬਿਜਲੀ ਦਾ ਬਿੱਲ ਜ਼ਿਆਦਾ ਆਉਂਦਾ ਹੈ, ਉਹਨਾਂ ਨੂੰ ਰਾਹਤ ਮਿਲ ਗਈ ਹੈ। ਬਿਜਲੀ ਨਹੀਂ ਆਊਗੀ, ਬਿੱਲ ਨਹੀਂ ਆਊਗਾ। ਨੋ ਇਲੈਕਟ੍ਰਿਸਿਟੀ, ਨੋ ਬਿੱਲ। ਇੱਕ ਹੋਰ ਤੁਹਾਨੂੰ ਗੱਲ ਦੱਸਦੀ ਆ, ਆਪਾਂ ਮੁੱਦਿਆਂ ਦੀ ਗੱਲ ਕੀਤੀ ਸੀ। ਤੁਸੀਂ ਦੇਖੋ, ਦੇਸ਼ ਆਜ਼ਾਦ ਹੋਏ ਨੂੰ ਇੰਨਾ ਟਾਈਮ ਹੋ ਗਿਆ, ਜਿਹੜੇ ਪਾਕਿਸਤਾਨ ਤੋਂ ਇੱਧਰ ਆਏ, ਠੀਕ ਆ, ਉਹ ਇਸ ਦੁਨੀਆ ਤੋਂ ਰੁਖਸਤ ਕਰ ਗਏ। ਬਿਲਕੁਲ ਠੀਕ ਆ। ਉਹ ਬਜ਼ੁਰਗ ਹੋ ਗਏ, ਚਲੇ ਗਏ, ਉਹਨਾਂ ਨੇ ਆਪਣੇ ਹੱਥੀਂ ਦੇਸ਼ ਦੀ ਵੰਡ ਦੇਖੀ, ਕੀਤੀ, ਹੈਨਾ, ਸਾਰਾ ਕੁਝ ਉਹਨਾਂ ਨੇ ਆਪਣੇ ਅੱਖੀਂ ਤੇ ਹੱਥੀਂ ਹੰਡਾਇਆ। ਬਿਲਕੁਲ ਹੈ। ਸਾਰੀ ਉਮਰ ਬੀਤ ਗਈ, ਅਸੀਂ ਵੀ ਨਿੱਕੇ ਹੁੰਦਿਆਂ ਤੋਂ ਐਡੇ ਹੋ ਗਏ। ਬਿਲਕੁਲ ਹੋ ਗਏ। ਸੜਕਾਂ ਨਹੀਂ ਬਣੀਆਂ, ਘਰੋਂ ਬਾਹਰ ਨਿਕਲੋ ਟੁੱਟੀ ਹੋਈ ਸੜਕ ਮਿਲੂਗੀ। ਤੁਸੀਂ ਦੇਖ ਲਓ, ਇਹ ਇੱਕ ਬਹੁਤ ਹੀ ਉੱਘੇ ਕਿਸੇ ਰਾਜਨੀਤੀ ਵਾਲੇ ਬੰਦੇ ਨਾਲ ਗੱਲਬਾਤ ਹੋਈ ਸੀ। ਉਹਨਾਂ ਨੇ ਕਿਹਾ ਸੀਗਾ ਕਿ ਆਪਣੇ ਪਿੰਡ ਦੀ ਕਦੇ ਸੜਕ ਨਾ ਬਣਨ ਦੇ, ਤੇ ਨੌਜਵਾਨਾਂ ਨੂੰ ਸੜਕ ਬਣ ਦੇ ਦਿੱਤੀ ਨਾ ਤਾਂ ਮੁੱਦਾ ਮੁੱਕ ਜਾਣਾ, ਅਗਲੀ ਵਾਰੀ ਵੋਟਾਂ ਕਿੱਥੋਂ ਲੈਣੀਆਂ। ਤੇ ਨੌਜਵਾਨਾਂ ਨੂੰ ਪੜਨ ਨਾ ਦੇ, ਤੇ ਜੇ ਸੜਕ ਬਣ ਗਈ ਅਗਲੀ ਵਾਰ ਕੀ ਕਵਾਂਗੇ, ਤੁਹਾਡੀ ਸੜਕ ਬਣਾ ਦਾਂਗੇ, ਸਾਨੂੰ ਵੋਟਾਂ ਪਾ ਦਿਓ। ਔਰ ਦੇਖੋ, ਸਾਡੇ ਵਿਚਾਰੇ ਲੋਕ ਜਿਹੜੇ ਪੰਜਾਬ ਦੇ ਆ, ਸਾਰੀ ਉਮਰ ਇਸੇ ਚੀਜ਼ ਤੇ ਬੀਤ ਗਈ, ਤੁਹਾਡੀ ਸੜਕ ਬਣ ਗਈ, ਤੁਹਾਡੀ ਸੜਕ ਬਣ ਗਈ, ਇਧਰੋਂ ਪੱਟ ਤੇ ਉਧਰੋਂ ਲੰਘ ਜਾਓ, ਉਧਰੋਂ ਪੱਟ ਤੇ ਉਧਰੋਂ ਲੰਘ ਜਾਓ। ਅੱਗੇ ਭਗਵੰਤ ਮਾਨ ਹੋਣਾ ਦੀ ਇੱਕ, ਜਦੋਂ ਭਗਵੰਤ ਮਾਨ ਹੋਣੀ ਕਾਮੇਡੀ ਕਰਦੇ ਹੁੰਦੇ ਸੀ, ਉਹਨਾਂ ਦੀ ਇੱਕ ਚੀਜ਼ ਮੈਨੂੰ ਯਾਦ ਹੈ। ਉਹ ਕਹਿੰਦੇ ਨੇ ਕਿ ਜਿਹੜੇ ਟੈਲੀਫੋਨ ਦੀਆਂ ਤਾਰਾਂ ਅੱਗੇ ਪਾਉਣ ਆਉਂਦੇ ਹੁੰਦੇ ਸੀ ਨਾ,
ਤੇ ਉਹ ਕਹਿੰਦੇ ਨੇ ਕਿ ਟੈਲੀਫੋਨ ਦੀਆਂ ਤਾਰਾਂ ਪਾਉਣ ਵਾਲੇ ਉਡੀਕਣ ਡਏ ਆ ਕਦੋਂ ਇਹ ਸੜਕ ਬਣੂਗੀ। ਕਹਿੰਦੇ ਉਹਨਾਂ ਨੂੰ ਕੀ ਮਤਲਬ ਆ? ਕਹਿੰਦੇ ਸੜਕ ਬਣੂਗੀ ਪੱਟ ਕੇ ਫੇਰ ਤਾਰਾਂ ਪਾਵਾਂਗੇ। ਜਦੋਂ ਸੜਕ ਬਣ ਜਾਂਦੀ ਆ ਸੀਵਰੇਜ ਪਾਉਣ ਦਾ ਚੇਤਾ ਆ ਜਾਂਦਾ, ਜਦੋਂ ਸੜਕ ਬਣ ਜਾਂਦੀ ਆ ਇਹਨਾਂ ਨੂੰ ਤਾਰਾਂ ਪਾਉਣ ਦਾ ਚੇਤਾ ਆ ਜਾਂਦਾ। ਸਾਰੀ ਰਾਜਨੀਤੀ ਸੜਕਾਂ ਦੇ ਦੁਆਲੇ ਘੁਮਾ ਕੇ ਲੋਕ ਬੁੱਢੇ ਹੋ ਗਏ, ਉਹਨਾਂ ਸੜਕਾਂ ਨੇ ਗੋਡੇ ਬਿੰਗੇ ਕਰਤੇ। ਤੁਹਾਨੂੰ ਨਹੀਂ ਲੱਗਦਾ ਕਿ ਇਹ ਸਭ ਮਿਲੀ ਭਗਤ ਹੈ? ਮਿਲੀ ਭਗਤੀ ਹੈ। ਟੈਂਡਰ ਪਾਸ ਹੋਣਗੇ ਔਰ ਪਹਿਲਾਂ ਸੜਕ ਬਣੂਗੀ, ਫਿਰ ਪੱਟਾਂਗੇ, ਫਿਰ ਬਣਾ ਕੇ ਫਿਰ ਉਹ 'ਚ ਤਾਰਾਂ ਪਾਵਾਂਗੇ, ਫਿਰ ਬਣਾਵਾਂਗੇ, ਫਿਰ ਪੱਟਾਂਗੇ, ਫਿਰ ਪਾਈਪ ਪਾਵਾਂਗੇ, ਫਿਰ ਬਣਾਵਾਂਗੇ, ਫਿਰ ਕੋਈ ਹੋਰ ਬਹਾਨਾ ਲੱਭ ਕੇ ਫਿਰ ਪੱਟਾਂਗੇ। ਔਰ ਇੰਨੀ ਸੋਹਣੀ ਸੜਕ ਬਣਾਉਂਦੇ ਨੇ, ਇੰਨੀ ਵਧੀਆ ਕੁਆਲਿਟੀ ਹੁੰਦੀ ਹੈ, 1 ਜਾਂ 2 ਜਾਂ 3 ਬਾਰਿਸ਼ਾਂ ਤੋਂ ਬਾਅਦ ਸੜਕ ਨਹੀਂ ਲੱਭਦੀ ਕਿੱਥੇ ਗਈ। ਬਿਲਕੁਲ। ਤੁਸੀਂ ਦੇਖੋ ਕਿ ਮੈਂ ਕਹਿੰਨੀ ਹੈ ਕਿ ਕਿਸੇ ਪੁਰਾਣੇ ਤੋਂ ਪੁਰਾਣੇ ਮਿਸਤਰੀ ਨੂੰ ਵੀ ਹਨਾ ਕਹਿ ਦਿਓ ਕਿ ਆਹ ਚੀਜ਼ ਬਣਾਉਣੀ ਹੈ, ਪਹਿਲਾਂ ਉਹ ਦੇਖਦਾ ਆ ਕਿ ਤੁਹਾਡੇ ਘਰ ਦਾ ਪਾਣੀ ਕਿਸ ਨੂੰ ਲੰਘੂਗਾ। ਬਿਲਕੁਲ ਹਨਾ, ਪਰਨਾਲਾ ਜੇ ਇਦਾਂ ਬਣਾਵਾਂਗੇ ਤਾਂ ਪਾਣੀ ਪਿਛਲੇ ਪਾਸੇ ਨੂੰ ਆਈ ਜਾਣਾ, ਛੱਤ ਤੇ ਪਰਨਾਲਾ ਇਦਾਂ ਕਰਕੇ ਬਣਾਓ। ਆਪਾਂ ਸਾਰਾ ਕੁਝ ਦੇਖ ਕੇ ਬਣਾਉਂਦੇ ਆ। ਸਾਡੀਆਂ ਸਰਕਾਰਾਂ ਨੇ ਅੱਜ ਤੱਕ ਇਹ ਕਿਉਂ ਨਹੀਂ ਸੋਚਿਆ ਜਿਹੜੇ ਪਾਈਪ ਅਸੀਂ ਸੜਕਾਂ ਦੇ ਗੱਬੇ ਪਾ ਰਹੇ ਆ ਉਹ ਸੜਕਾਂ ਦੇ ਸਾਈਡ ਤੇ ਹੋਣੇ ਚਾਹੀਦੇ। ਬਿਲਕੁਲ ਸਹੀ ਹੈ। ਸਾਨੂੰ ਇਹ ਚੀਜ਼ਾਂ ਪਤਾ ਨਹੀਂ ਕਿ ਤੀਸਰੇ ਦਿਨ ਜਦੋਂ ਤੁਹਾਡਾ ਸੀਵਰੇਜ ਜਾਮ ਹੋ ਗਿਆ ਉਸ ਦਿਨ ਤੁਸੀਂ ਸੜਕ ਦੇ ਵਿੱਚ ਮਸ਼ੀਨ ਲਾ ਕੇ ਘੰਟਾ ਗੂੰ ਹੀ ਹੋਈ ਜਾਣੀ, 2 ਦਿਨ ਗੂੰ ਹੀ ਹੋਈ ਜਾਣੀ, ਹਨਾ। ਸੋ ਕਾਮਿਆਂ ਨੂੰ ਵੀ ਪਰੇਸ਼ਾਨੀ ਜਿਨ੍ਹਾਂ ਨੇ ਉਹ ਕੰਮ ਕਰਨਾ। ਸੋ ਜਦੋਂ ਤੁਸੀਂ ਇੱਕ ਪਲਾਨ ਬਣਾ ਕੇ ਸਰਕਾਰ ਨੂੰ ਨਹੀਂ ਚਲਾਉਂਦੇ ਉਦੋਂ ਤੱਕ ਤੁਸੀਂ ਜਨਤਾ ਤੋਂ ਉਮੀਦ ਕਰਦੇ ਆ ਕਿ ਉਹ ਤੁਹਾਡਾ ਸਾਥ ਦੇਵੇ। ਬਿਲਕੁਲ ਸਾਥ ਨਹੀਂ ਦੇਗੀ। ਔਰ ਕਈ ਵਾਰ ਕਿਹਾ ਜਾਂਦਾ ਹੈ ਕਿ ਸੜਕ ਦੇ ਉੱਤੇ ਟੋਏ ਨੇ, ਕਹਿੰਦੇ ਨਹੀਂ ਜੀ ਟੋਇਆਂ 'ਚ ਸੜਕ ਹੈ, ਟੋਇਆਂ 'ਚ ਸੜਕ ਹੈ। ਔਰ ਦੇਖੋ ਕਿੰਨੀ ਖੂਬਸੂਰਤੀ ਹੈ ਇਸ ਚੀਜ਼ ਦੀ ਕਿ ਹਰ ਸਾਲ ਸੜਕ ਬਣਦੀ ਔਰ ਸੜਕਾਂ ਇੰਨੀਆਂ ਉੱਚੀਆਂ ਹੋ ਜਾਂਦੀਆਂ ਕਿ ਲੋਕਾਂ ਦੇ ਘਰ ਨੀਵੇਂ ਹੋ ਜਾਂਦੇ ਨੇ। ਤਾਂ ਪੁਰਾਣੀ ਸੜਕ ਤੁਸੀਂ ਪੁੱਟਦੇ ਕਿਉਂ ਨਹੀਂ? ਲੋਕੀ ਵਿਚਾਰੇ ਫਰਸ਼ ਉੱਚਾ ਕਰਦੇ ਛੱਤਾਂ ਨੀਵੀਆਂ ਹੋ ਜਾਂਦੀਆਂ। ਬਿਲਕੁਲ। ਤਾਂ ਬਣਿਆ ਕੀ ਸਾਰਾ? ਕੋਈ ਪਲੈਨਿੰਗ ਨਹੀਂ। ਬਿਨਾਂ ਪਲੈਨਿੰਗ ਦੇ ਮੈਂ ਉਹੀ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਸਾਡੇ ਨਾਰਮਲ ਮਿਸਤਰੀਆਂ ਨੂੰ ਵੀ ਪਤਾ ਹੁੰਦਾ ਕੀ ਕਿੱਦਾਂ ਪਾਉਣਾ। ਉਹ ਵੀ ਪਹਿਲਾਂ ਕਹਿ ਦਿੰਦੇ ਕਿ ਪੇਂਟਰ ਵੀ ਕਹਿ ਦਿੰਦੇ ਇਸ ਕੰਧ ਨੂੰ 3-4 ਵਾਰੀ ਪੇਂਟ ਹੋ ਗਿਆ, ਹੁਣ ਚੰਗੀ ਤਰ੍ਹਾਂ ਲਾ ਕੇ ਦੁਬਾਰਾ ਕਰਾਂਗੇ, ਉੱਪਰ ਨਹੀਂ ਬਾਰ-ਬਾਰ ਫੇਰਾਂਗੇ। ਸੜਕ ਉੱਚੀ ਕਰਨੀ ਨੀਵੇਂ ਲੋਕਾਂ ਨੇ ਉੱਚਾ ਕਰੀ ਜਾਣਾ, ਦਰਖਤ ਪੱਟੀ ਜਾਣੇ, ਸਾਰਾ ਕੁਝ ਕਰੀ ਜਾਣਾ ਸਿਰਫ ਤੇ ਸਿਰਫ ਵੋਟਾਂ ਕਰਕੇ। ਹੋਰ ਕੋਈ ਖੇਡ ਹੀ ਨਹੀਂ ਆ, ਖੇਡ ਹੀ ਵੋਟਾਂ ਦਾ। ਜੋ ਕਹਿੰਦੇ ਸੀ ਨਾ ਕਿ ਅੰਗਰੇਜ਼ਾਂ ਦੀ ਪਾਲਿਸੀ ਹੈ ਪਾੜੋ ਤੇ ਰਾਜ ਕਰੋ, ਡਿਵਾਈਡ ਐਂਡ ਰੂਲ, ਇੱਕ ਉਹਦੇ ਚ ਇਹਨਾਂ ਨੇ ਹੋਰ ਸ਼ਾਮਿਲ ਕਰ ਦਿੱਤਾ ਐਂਡ ਕੀਪ them illiterate। ਟਰੂ। ਉਹਨਾਂ ਨੂੰ ਪੜ੍ਹਨ ਲਿਖਣ ਵੀ ਨਾ ਦਿਓ ਤਾਂ ਕਿ ਉਹ ਗੱਲ ਨਾ ਸਮਝਣ। ਕਈ ਵਾਰ ਤੇ ਮੈਂ ਇਹ ਸੋਚਦਾ ਹੁੰਦਾ ਕਿ ਜਿਹੜੀ ਇਹ ਗੁਲਾਮੀ ਹੈ ਨਾ, ਇਹ ਆਫੀਸ਼ੀਅਲ ਪਾਲਿਸੀ ਹੈ ਲੇਕਿਨ ਇੰਨੀ ਚਲਾਕੀ ਨਾਲ, ਇੰਨੇ ਸਮਾਰਟ ਤਰੀਕੇ ਨਾਲ ਡਿਜ਼ਾਈਨ ਕੀਤੀ ਜਾਂਦੀ ਹੈ ਕਿ ਤੁਹਾਨੂੰ ਪਤਾ ਨਹੀਂ ਲੱਗਦਾ ਔਰ ਤੁਸੀਂ ਉਹੀ ਸੋਚਦੇ ਹੋ ਜੋ ਇਹ ਚਾਹੁੰਦੇ ਨੇ ਕਿ ਤੁਸੀਂ ਸੋਚੋ। ਪਰ ਤੁਸੀਂ ਉਹਨਾਂ ਰਾਹਾਂ ਤੇ ਤੁਰਦੇ ਹੋ ਜਿਨ੍ਹਾਂ ਰਾਹਾਂ ਤੇ ਇਹ ਤੁਹਾਨੂੰ ਤੋੜਨਾ ਚਾਹੁੰਦੇ ਨੇ। ਕਿਉਂ? ਕਿਉਂਕਿ ਇਹਦੇ ਵਿੱਚ ਇੰਨਾ ਦਾ ਫਾਇਦਾ ਹੈ, ਤਾਂ ਹੀ ਇਹ ਬੈਠੇ ਰਹਿ ਸਕਦੇ ਨੇ ਪਾਵਰ ਦੇ ਵਿੱਚ। ਸੋ ਇਹ ਸਾਰੇ ਇਦਾਂ ਦੇ ਨਹੀਂ ਹੈ, ਪਰ ਜੋ ਇਦਾਂ ਦੇ ਹੈ ਉਹਨਾਂ ਦੀ ਚੱਲਦੀ ਬੜੀ ਹੈ। ਸਹੀ ਗੱਲ ਆ। ਤੇ ਜਿਹੜੇ ਚੰਗੇ ਨੇ, ਜਿਹੜੇ ਜਨਤਾ ਦਾ ਸੋਚਦੇ ਨੇ, ਉਹ ਸਿਰਫ ਸ਼ੋਅ ਪੀਸ ਰੱਖੇ ਹੋਏ ਨੇ, ਉਹ ਸ਼ੋਅ ਪੀਸ ਬਣ ਕੇ ਵਿਚਾਰੇ ਬੈਠੇ ਨੇ। ਅਸਲੀ ਕੰਮ ਉਹਨਾਂ ਦੇ ਹੱਥ 'ਚ ਹੈ ਜਿਹੜੇ ਜਨਤਾ ਦਾ ਨਹੀਂ ਸੋਚਦੇ, ਆਪਣਾ ਸੋਚਦੇ। ਕਿਤੇ ਨਾ ਕਿਤੇ ਜਨਤਾ ਦੀ ਗਲਤੀ ਇਹ ਹੈ ਕਿ ਜਦੋਂ ਹੁਣ ਵੋਟਾਂ ਲੱਗ ਕੇ ਆ ਰਹੀਆਂ, ਵੋਟਾਂ ਮੰਗਣ ਆਉਣਗੇ ਤੇ ਉਹਨਾਂ ਨੂੰ ਇਹ ਨਾ ਕਹਿਣ ਸਾਡੇ ਪਿੰਡ ਦੀ ਸੜਕ ਬਣਾ ਦਿਓ, ਉਹਨਾਂ ਨੂੰ ਕਹਿਣ ਕਿ ਸਾਡੇ ਪਿੰਡ ਦੇ ਵਿੱਚ ਜਿਹੜੇ ਸਕੂਲ ਆ ਉਹਨਾਂ ਦਾ ਕੀ ਹਾਲਾਤ ਆ, ਉੱਥੇ ਗਾਂ ਵਿਦਿਆਰਥੀ ਕਿੱਦਾਂ ਵਧਣਗੇ, ਉੱਥੇ ਬੱਚਿਆਂ ਨੂੰ ਸਹੂਲਤਾਂ ਕਿਹੜੀਆਂ ਦਿੱਤੀਆਂ ਜਾਣਗੀਆਂ, ਸਾਡੇ ਪਿੰਡ ਦੇ ਵਿੱਚ ਮੈਡੀਕਲ ਫੈਸਿਲਿਟੀਜ਼ ਕਿੰਨੀਆਂ। ਕਿ ਮੈਂ ਆਪਣੀ ਗੱਲ ਸੁਣਾਉਣੀ ਆ, ਇੱਕ ਵਾਰੀ ਲਾਗੇ ਕੋਈ ਡਿਸਪੈਂਸਰੀ ਹੈ, ਉੱਥੇ ਕੋਈ ਸੱਜਣ ਜਾਂਦੇ ਨੇ, ਹਾਂਜੀ, ਉਹ ਕਹਿੰਦੇ ਨੇ ਕਿ ਬੀਪੀ ਚੈੱਕ ਕਰਾਉਣਾ ਤੇ ਮੋਰੇ ਜਿਹੜੇ ਬਾਹਰ ਬੈਠੇ ਹੁੰਦੇ ਆ ਚਾਬੀ ਹੈ ਨਹੀਂ ਉਹਨਾਂ ਕੋਲ, ਤੇ ਉਹ ਕਹਿੰਦੀ ਹੈ ਕਿ ਚਾਬੀ ਡਾਕਟਰ ਸਾਹਿਬ ਕੋਲ ਆ, ਬੀਪੀ ਦੀ ਮਸ਼ੀਨ ਅੰਦਰ ਆ। ਉਸ ਡਿਸਪੈਂਸਰੀ ਦਾ ਕੀ ਫਾਇਦਾ ਕਿ ਬੀਪੀ ਦੀ ਮਸ਼ੀਨ ਅੰਦਰ ਆ ਤੇ ਆਪ ਕਿਉਂ ਬੈਠੇ ਹੋ ਤੁਸੀਂ? ਬਿਲਕੁਲ ਸਹੂਲੀਅਤ ਦਿੱਤੀ ਗਈ ਹੈ ਪਰ ਅਮਲੀ ਤੌਰ ਤੇ ਨਹੀਂ ਹੈ, ਸਿਰਫ ਕਾਗਜ਼ਾਂ 'ਚ ਹੈ। ਕਾਗਜ਼ਾਂ 'ਚ ਹੀ ਹਰ ਚੀਜ਼ ਬਣਦੀ ਹੈ, ਕਾਗਜ਼ਾਂ 'ਚ ਹੀ ਹਰ ਚੀਜ਼ ਗੁਆਚ ਜਾਂਦੀ ਹੈ ਜਾਂ ਨਸ਼ਟ ਹੋ ਜਾਂਦੀ ਹੈ, ਫਿਰ ਕਾਗਜ਼ਾਂ 'ਚ ਬਣ ਜਾਂਦੀ ਹੈ। ਲੇਕਿਨ ਜਦੋਂ ਅਸੀਂ ਦੇਖਦੇ ਹਾਂ ਨਾ ਕਿ ਅਮਲੀ ਤੌਰ ਤੇ ਕੀ ਹੈ, ਵਾਕਈ ਉਹ ਚੀਜ਼ ਐਗਜ਼ਿਸਟ ਕਰਦੀ ਆ, ਨਹੀਂ ਕਰ। ਸੰਜੀਵ ਖੰਨਾ, ਮੈਨੂੰ ਇੱਕ ਗੱਲ ਹੋਰ ਬੜੀ ਖਟਕਦੀ ਹੈ, ਬਾਰ-ਬਾਰ ਪੂਰੀ ਦੁਨੀਆ ਦੇ ਵਿੱਚ ਚਲੋ ਇਹ ਚੀਜ਼ ਕਹੀ ਜਾਂਦੀ ਹੈ ਕਿ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਆ, ਵੱਧ ਤੋਂ ਵੱਧ ਟਰੀ ਪਲਾਂਟੇਸ਼ਨ ਕਰੋਗੇ ਤਾਂ ਹੀ ਸਾਡਾ ਪਰਿਆਵਰਣ ਬਚੇਗਾ, ਜੋ ਗੱਲ ਬਿਲਕੁਲ ਸਹੀ ਆ। ਕਈ ਦੇਸ਼ਾਂ ਨੇ ਇਸ ਚੀਜ਼ ਨੂੰ ਮਤਲਬ ਕਿ ਅੱਗੇ ਵੀ ਲੈ ਕੇ ਆਂਦਾ, ਉਹਨਾਂ ਨੇ ਟਰੀ ਪਲਾਂਟੇਸ਼ਨ ਸ਼ੁਰੂ ਕੀਤੀ ਹੈ। ਪਹਿਲਾਂ ਇੱਕ ਜੰਗਲ ਤਿਆਰ ਕਰਦੇ ਆ, ਫਿਰ ਦੂਸਰਾ ਜੰਗਲ ਕੱਟਿਆ ਜਾਂਦਾ, ਕਈ ਜਗ੍ਹਾ ਇਹ ਚੀਜ਼ਾਂ ਹੋਣ ਲੱਗ ਗਈਆਂ। ਜੇ ਹੁਣ ਆਪਾਂ ਗੱਲ ਕਰਦੇ ਆ ਇੰਡੀਆ ਦੀ, ਖਾਸ ਤੌਰ ਤੇ ਪੰਜਾਬ ਦੀ, ਬਾਰ-ਬਾਰ ਟੀਵੀ ਦੇ ਉੱਤੇ, ਅਖਬਾਰਾਂ ਦੇ ਵਿੱਚ, ਰੇਡੀਓ ਦੇ ਉੱਤੇ ਅਸੀਂ ਇਹ ਖਬਰਾਂ ਪੜ੍ਹਦੇ ਆ, ਇਹ ਚੀਜ਼ਾਂ ਦੇਖਦੇ ਆ ਕਿ ਟਰੀ ਪਲਾਂਟੇਸ਼ਨ ਕਰੋ, ਹਰੇਕ ਘਰ ਦੇ ਵਿੱਚ ਜਿੰਨੇ ਬੰਦੇ ਆ ਉਸ ਤੋਂ ਜ਼ਿਆਦਾ ਬੂਟੇ ਲਾਓ, ਸਾਰਾ ਕੁਝ ਕਰੋ, ਹਨਾ। ਸਾਨੂੰ ਇੰਨੀ ਸਿੱਖਿਆ ਦਿੱਤੀ ਜਾਂਦੀ ਹੈ ਤੇ ਜਦੋਂ ਇਹਨਾਂ ਨੇ ਕਿਸੇ ਸੜਕ ਨੂੰ ਡਬਲ ਕਰਨਾ ਹੁੰਦਾ ਹੈ
ਤੇ ਦਰਖਤ ਰਾਤੋਂ ਰਾਤ ਕੱਟ ਦਿੱਤੇ ਜਾਂਦੇ ਆ। ਪਤਾ ਮੈਨੂੰ ਤਾਂ ਇਦਾਂ ਲੱਗਦਾ ਹੁੰਦਾ ਹੈ ਕਿ ਉਹ ਕਤਲ ਹੋ ਰਿਹਾ। ਬਿਲਕੁਲ ਕਤਲ ਹੋ ਰਿਹਾ। ਮੈਨੂੰ ਦਰਖਤਾਂ ਨੂੰ ਕੱਟਣਾ, ਦਰਖਤ ਕੱਟਣੇ ਨਹੀਂ, ਉਹ ਇੱਕ ਕਤਲ ਜਾਪਦਾ ਹੈ ਜੋ ਪਤਾ ਨਹੀਂ ਕਿੰਨੇ ਸਾਹ ਉਸ ਦਰਖਤ ਦੇ ਨਾਲ ਜੁੜੇ ਹੁੰਦੇ ਨੇ। ਸਾਡੇ ਅੱਧੇ ਫੇਫੜੇ ਦਰਖਤਾਂ ਦੇ ਉੱਤੇ ਟੰਗੇ ਹੋਏ ਨੇ। ਬਿਲਕੁਲ, ਕਿਉਂਕਿ ਉਹ ਦਿੰਦੇ ਨੇ ਆਕਸੀਜਨ, ਅਸੀਂ ਦਿੰਦੇ ਹਾਂ ਕਾਰਬਨ ਡਾਈਆਕਸਾਈਡ। ਕਾਰਬਨ ਡਾਈਆਕਸਾਈਡ ਉਹਨਾਂ ਦੀ ਖੁਰਾਕ ਹੈ, ਆਕਸੀਜਨ ਸਾਡੀ ਖੁਰਾਕ ਹੈ। ਔਰ ਜਦੋਂ ਆਪਾਂ ਬਿਜਲੀ ਦੀ ਗੱਲ ਕਰਦੇ ਹਾਂ ਤਾਂ ਹਵਾ ਨਾਲ ਚੱਲਣ ਵਾਲੇ ਵੀ ਪਲਾਂਟ ਨੇ ਜਿੱਥੋਂ ਬਿਜਲੀ ਪੈਦਾ ਹੁੰਦੀ ਹੈ, ਉਹਨਾਂ 'ਚ ਵੀ ਕਮੀ ਆਈ। ਪਾਣੀ ਨਾਲ ਚੱਲਣ ਵਾਲੇ ਪਲਾਂਟ ਨੇ, ਉਹਦੇ 'ਚ ਵੀ ਕਮੀ ਆਈ। ਤੋਂ ਕਮੀ ਸਾਰੀ ਮਿਲ ਕੇ ਇਹ ਹਾਲਾਤ ਕਿ ਕੱਟ ਬਲੈਕ ਆਊਟ। ਸੋ ਕੁੱਲ ਮਿਲਾ ਕੇ ਗੱਲ ਇਹ ਹੈ, ਵਿਉਂਤਬੰਦੀ ਨਹੀਂ ਹੈ। ਉਸੇ ਵਕਤ ਅਸੀਂ ਗੱਲ ਕਰਦੇ ਹਾਂ, ਔਰ ਅਸੀਂ ਵਿਦੇਸ਼ਾਂ ਦੀ ਗੱਲ ਕਰਦੇ ਹਾਂ। ਵਿਦੇਸ਼ ਵਾਲੇ ਕਹਿੰਦੇ ਨੇ ਕਿ 100 ਸਾਲ ਦੀ ਪਲੈਨਿੰਗ ਅੱਗੇ ਦੀ ਸੋਚ ਕੇ ਫਿਰ ਅੱਜ ਕੰਮ ਕਰ ਰਹੇ ਹਾਂ। ਬਿਲਕੁਲ। ਅਸੀਂ ਕੀ ਕਰਦੇ ਹਾਂ, ਪਿਛਲੇ 10 ਸਾਲਾਂ 'ਚ ਕਿਹੜੀਆਂ ਗਲਤੀਆਂ ਕੀਤੀਆਂ ਉਹਦੇ ਮੁਤਾਬਿਕ ਅੱਜ ਕੰਮ ਕਰ ਲੈਂਦੇ ਹਾਂ, ਅੱਗੇ ਸੋਚਿਆ ਹੀ ਨਹੀਂ। ਸੜਕ ਵੱਡੀ ਹੋਣੀ ਹੈ ਤਾਂ ਪਹਿਲਾਂ ਸੋਚੋ ਨਾ ਕਿ ਆਬਾਦੀ ਕਿੱਦਾਂ ਵੱਧ ਰਹੀ ਹੈ, ਕਿੱਦਾਂ ਦੀ ਫੈਸਿਲਿਟੀ ਚਾਹੀਦੀ, ਟਰਾਂਸਪੋਰਟ ਕਿੱਦਾਂ ਦੀ ਚਾਹੀਦੀ, ਬਿਜ਼ਨਸ ਕਿੱਦਾਂ ਚਾਹੀਦਾ। ਕਿਉਂਕਿ ਸੜਕਾਂ ਵਧੀਆ ਹੋਣਗੀਆਂ, ਫਲਾਈਓਵਰਸ ਵਧੀਆ ਹੋਣਗੇ ਤਾਂ ਹੀ ਬਿਜ਼ਨਸ ਵਧੇਗਾ ਨਾ, ਤਾਂ ਹੀ ਟਰਾਂਸਪੋਰਟ ਚੱਲੇਗੀ। ਤੁਸੀਂ ਪਹਿਲਾਂ ਕਿਉਂ ਨਹੀਂ ਸੋਚਿਆ? ਔਰ ਉਸ ਵਕਤ ਸੋਚਦੇ ਹੋ, ਫਿਰ ਉਹੀ ਗੱਲ ਆ ਜਾਂਦੀ ਕਿ ਮੇਰੇ ਕੱਟਸ ਕਿੰਨੇ ਮਿਲਣਗੇ, ਮੇਰੀ ਜੇਬ 'ਚ ਕਿੰਨਾ ਆ ਰਿਹਾ। ਜਦੋਂ ਤੱਕ ਇਹ ਚੀਜ਼ਾਂ ਨਹੀਂ ਨਾ ਨਿਕਲਦੀਆਂ ਕਿ ਅਸੀਂ ਆਪਣਾ ਸੋਚਣਾ ਛੱਡ ਕੇ ਦੇਸ਼ ਦਾ ਸੋਚੀਏ, ਦੇਸ਼ ਵਾਸੀਆਂ ਦਾ ਸੋਚੀਏ, ਜਿਸ ਕਰਕੇ ਤੁਹਾਨੂੰ ਉਸ ਕੁਰਸੀ ਉੱਤੇ ਬਿਠਾਇਆ ਗਿਆ ਹੈ, ਉਸ ਪਾਵਰ ਦਾ ਇਸਤੇਮਾਲ ਕਰਨ ਵਾਸਤੇ ਬਿਠਾਇਆ ਗਿਆ ਹੈ, ਉਹ ਪਾਵਰ ਜਨਤਾ ਦੀ ਦਿੱਤੀ ਹੋਈ ਹੈ ਔਰ ਜਨਤਾ ਵਾਸਤੇ ਇਸਤੇਮਾਲ ਹੋਣੀ ਚਾਹੀਦੀ ਹੈ, ਨਾ ਕਿ ਜਨਤਾ ਦੀ ਦਿੱਤੀ ਹੋਈ ਪਾਵਰ ਤੁਸੀਂ ਆਪਣੇ ਵਾਸਤੇ ਇਸਤੇਮਾਲ ਕਰਕੇ ਆਪਣੇ ਫਾਇਦੇ ਸੋਚੋ। ਹੁਣ ਸਾਰੇ ਇਸ ਗੱਲ ਤੋਂ ਹੀ ਸਹਿਮੇ ਹੋਏ ਆ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਖਾਸ ਤੌਰ ਤੇ, ਹਨਾ। ਪਤਾ ਨਹੀਂ ਲਾਈਟ ਕਦੋਂ ਚੱਲ ਜਾਣੀ, ਪਾਣੀ ਭਰ ਕੇ ਰੱਖ ਲਓ, ਆਹ ਕਰਕੇ ਰੱਖ ਲਓ, ਲਾਈਟ ਚੱਲ ਜਾਣੀ। ਦਿਨ ਰਾਤ ਦਿਮਾਗ ਦੇ ਵਿੱਚ ਕੇਵਲ ਲਾਈਟ ਘੁੰਮ ਰਹੀ ਹੈ, ਜਿਸ ਕਾਰਨ ਧਰਨੇ ਦੇਣੇ ਸ਼ੁਰੂ ਹੋ ਗਏ। ਫਿਰ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਧਰਨੇ ਦੇਣ ਦੇ ਨਾਲ ਆਮ ਜਨਤਾ ਪਰੇਸ਼ਾਨ ਹੁੰਦੀ ਹੈ, ਪਰ ਉਹ ਧਰਨੇ ਜਿਹੜੇ ਦਿੱਤੇ ਜਾ ਰਹੇ ਆ ਉਹ ਵੀ ਆਮ ਜਨਤਾ ਦੇ ਹਿੱਤ 'ਚ ਹੀ ਦਿੱਤੇ ਜਾ ਰਹੇ ਆ। ਰਲ ਮਿਲਾ ਕੇ ਕਿਤੇ ਗੋਲ ਘਤਾਰਾ ਘੁੰਮੀ ਜਾ ਰਿਹਾ, ਜਿਸ ਤੋਂ ਸਰਕਾਰਾਂ ਭੱਜ ਕੇ ਪਾਸੇ ਤੇ ਬੈਠੀਆਂ। ਬਿਲਕੁਲ ਹੈ। ਔਰ ਇਨਵਰਟਰਸ ਦੀ ਗੱਲ ਕਰੋ, ਇਨਵਰਟਰ ਵੀ 3-4 ਘੰਟਿਆਂ ਬਾਅਦ ਕਹਿੰਦਾ ਓਕੇ ਟਾਟਾ ਬਾਏ ਬਾਏ, ਉਹ ਵੀ ਚਲਾ ਜਾਂਦਾ। ਫਿਰ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਮੋਮਬੱਤੀਆਂ ਦੀ ਇੰਡਸਟਰੀ ਨੂੰ ਪ੍ਰਮੋਟ ਕਰਨ ਜਾ ਰਹੇ ਹਾਂ। ਕੈਂਡਲ ਲਾਈਟ ਡਿਨਰ ਕਰਿਆ ਕਰੋ, ਹਰ ਚੀਜ਼ ਕੈਂਡਲ ਲਾਈਟ 'ਚ ਕਰਿਆ ਕਰੋ। ਸੋ ਇਹ ਨਵੀਂ ਚੀਜ਼ ਉਹਦੇ 'ਚ ਕੱਢ ਕੇ ਬਹਿ ਜਾਣਗੇ ਕਿ ਅਸੀਂ ਇਦਾਂ ਸੋਚ ਰਹੇ ਹਾਂ, ਕਿਉਂਕਿ ਮੁੱਦਾ ਹੈ ਨਾ। ਹੁਣ ਮੁੱਦਾ ਕੱਢਣ ਲੱਗੇ ਇਹ ਵੀ ਨਹੀਂ ਸੋਚਣਾ ਕਿ ਇਹ ਮੁੱਦਾ ਵਾਕਈ ਮੁੱਦਾ ਹੈ ਜਾਂ ਐਵੇਂ ਕੱਢ ਕੇ ਬਹਿ ਜਾਣਾ ਹੈ। ਸੋ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਇਸ਼ੂ ਬੇਸਡ ਪੋਲਿਟਿਕਸ ਹੈ। ਜਿਸ ਤਰ੍ਹਾਂ ਤੁਸੀਂ ਕਿ ਸੜਕ ਨਹੀਂ ਬਣਨ ਦੇਣੀ, ਮੁੱਦਾ ਹੀ ਨਹੀਂ ਹੋਏਗਾ ਤਾਂ ਗੱਲ ਕੀ ਕਰਨਗੇ। ਇਸ ਕਰਕੇ ਮੁੱਦੇ ਕਾਇਮ ਰੱਖੋ। ਪਰ ਆਮ ਜਨਤਾ, ਆਮ ਲੋਕ ਜਿਸ ਤਰ੍ਹਾਂ ਭੁਗਤ ਰਹੇ ਨੇ, ਉਹਨਾਂ ਦਾ ਕੀ ਕਸੂਰ ਹੈ? ਬਿਲਕੁਲ, ਉਹਨਾਂ ਦੀ ਜ਼ਿੰਦਗੀ ਵੇਸਟ ਹੋ ਰਹੀ ਹੈ। ਤੁਸੀਂ ਬਿਲਕੁਲ ਗੱਲ ਕਹੀ, ਤੀਸਰੀ ਪੀੜ੍ਹੀ ਜਾ ਰਹੀ ਹੈ ਦੇਸ਼ ਦੀ ਆਜ਼ਾਦੀ ਤੋਂ ਬਾਅਦ, 70 ਸਾਲ ਤੋਂ ਉੱਤੇ ਹੋ ਗਏ, ਔਰ ਤੀਸਰੀ ਪੀੜ੍ਹੀ ਵੀ ਉਹਨਾਂ ਹੀ ਚੀਜ਼ਾਂ ਚੋਂ ਲੰਘਦੀ ਪਈ ਹੈ ਜਿਹੜੀ ਪਹਿਲੀ ਪੀੜ੍ਹੀ ਨੇ ਭੁਗਤੇ ਨੇ ਹਾਲਾਤ, ਉਹੀ ਭੁਗਤਦੇ ਪਏ ਨੇ। ਬਿਲਕੁਲ। ਔਰ ਕਈ ਵਾਰ ਆਮ ਤੌਰ ਤੇ ਅਸੀਂ ਬਜ਼ੁਰਗਾਂ ਦੇ ਮੂੰਹੋਂ ਤੋਂ ਸੁਣਦੇ ਹਾਂ, ਅੰਗਰੇਜ਼ਾਂ ਦਾ ਰਾਜ ਫਿਰ ਵੀ ਚੰਗਾ ਸੀ। ਕਦੇ-ਕਦੇ ਤਾਂ ਮੈਨੂੰ ਪਰਸਨਲੀ ਤੌਰ ਤੇ, ਚਾਹੇ ਸ਼ਹੀਦ ਭਗਤ ਸਿੰਘ ਹੋਣਾ ਦੀ ਗੱਲ ਕਰੀਏ ਜਾਂ ਆਪਣੇ ਹੋਰ ਵੀ ਜਿੰਨੇ ਆਜ਼ਾਦੀ ਘੁਲਾਟੀਏ ਹੋਏ ਨੇ ਉਹਨਾਂ ਦੀ ਗੱਲ ਕਰੀਏ, ਅੰਦਰੂਨੀ ਤੌਰ ਤੇ ਮੈਂ ਪਸੀਜ ਜਾਂਦੀ ਆ। ਮੈਨੂੰ ਤਰਸ ਆਉਣ ਲੱਗਦਾ ਹੈ ਕਿ ਉਹਨਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਕਿਸੇ ਵੀ ਇਨਸਾਨ ਦੀ ਜ਼ਿੰਦਗੀ 'ਚ ਕਿਸੇ ਵੀ ਚੀਜ਼ ਦੀ ਕੀਮਤ ਹੋ ਸਕਦੀ ਹੈ, ਰਿਸ਼ਤਿਆਂ ਤੇ ਜਾਨਾਂ ਦੀ ਕੀਮਤ ਨਹੀਂ ਹੋ ਸਕਦੀ। ਬਿਲਕੁਲ ਸਹੀ ਹੈ। ਉਹਨਾਂ ਨੇ ਆਪਣੇ ਰਿਸ਼ਤਿਆਂ ਨੂੰ ਪਾਸੇ ਰੱਖ ਕੇ ਆਪਣੀਆਂ ਜਾਨਾਂ ਦਿੱਤੀਆਂ। ਅਸੀਂ ਆਹ ਕਦਰ ਪਾਈ ਉਹਨਾਂ ਦੀ ਜਾਨਾਂ ਦੀ। ਔਰ ਵਾਕਈ ਗੱਲ ਸੋਚਣ ਵਾਲੀ ਆ ਕਿ ਆਹ ਦੇਖਣ ਵਾਸਤੇ ਉਹਨਾਂ ਨੇ ਜਾਨ ਦਿੱਤੀ ਸੀ। ਇਸ ਤਰ੍ਹਾਂ ਦਾ ਭਾਰਤ ਦਾ ਸੁਪਨਾ ਤਾਂ ਉਹਨਾਂ ਦਾ ਨਹੀਂ ਸੀ, ਇਸ ਤਰ੍ਹਾਂ ਦਾ ਦੇਸ਼, ਇਸ ਤਰ੍ਹਾਂ ਦੇ ਦੇਸ਼ ਵਾਸੀ ਤਾਂ ਉਹਨਾਂ ਨੂੰ ਨਹੀਂ ਚਾਹੀਦੇ ਸੀ। ਹੁਣ ਸੈਂਟਰ ਦੀ ਸਰਕਾਰ ਵੀ ਇੱਕ ਤਰੀਕੇ ਨਾਲ ਤਾਨਾਸ਼ਾਹੀ ਹੁੰਦੀ ਜਾ ਰਹੀ ਹੈ ਦਿਨੋ ਦਿਨ। ਤਾਂ ਇਦਾਂ ਲੱਗਦਾ ਹੈ ਕਿ ਇਹ ਕਿਤੇ ਅੰਗਰੇਜ਼ਾਂ ਦਾ ਟਾਈਮ ਤਾਂ ਨਹੀਂ ਮੁੜ ਕੇ ਆਉਣ ਲੱਗਾ। ਲੱਗਦਾ ਤਾਂ ਇਦਾਂ ਹੀ ਪਿਆ, ਬਲਕਿ ਉਸ ਤੋਂ ਵੀ ਜ਼ਿਆਦਾ। ਕਿਉਂ? ਸਾਡੇ ਆਪਣੇ ਬੰਦੇ ਨੇ, ਉਹ ਤਾਂ ਫਿਰ ਵੀ ਵਿਦੇਸ਼ੀ ਸੀ, ਪਰਾਏ ਸੀ। ਇਹ ਸਾਡੇ ਆਪਣੇ ਬੰਦੇ, ਔਰ ਅਸੀਂ ਇਹ ਉਮੀਦ ਵੀ ਨਹੀਂ ਕਰ ਸਕਦੇ ਕਿ ਸਾਡੇ ਨਾਲ ਇਸ ਤਰ੍ਹਾਂ ਹੋ ਰਿਹਾ ਹੈ। ਠੀਕ ਹੈ, ਤਾਂ ਕੀ ਹੁੰਦਾ ਹੈ ਕਿ ਦਿਲ ਦੇ ਵਿੱਚ ਬਹੁਤ ਦੁੱਖ ਹੁੰਦਾ ਹੈ। ਤਾਂ ਫਿਰ ਦੁੱਖ ਜਦੋਂ ਪੈਦਾ ਹੁੰਦਾ ਤਾਂ ਵਾਕਈ ਬਜ਼ੁਰਗ ਕਹਿੰਦੇ ਨੇ ਇਸ ਤੋਂ ਵਧੀਆ ਤਾਂ ਅੰਗਰੇਜ਼ਾਂ ਦਾ ਰਾਜ ਸੀ। ਕਿੰਨੇ ਦੁਖੀ ਹੋ ਕੇ ਕਹਿੰਦੇ ਹੋਣਗੇ। ਉਹਨਾਂ ਨੂੰ ਵੀ ਚੇਤਾ ਹੈ, ਕਿਉਂਕਿ ਉਹਨਾਂ ਨੇ ਉਹ ਦਿਨ ਦੇਖਿਓ ਆ, ਅਸੀਂ ਤਾਂ ਸਿਰਫ ਸੁਣਿਓ ਆ। ਬਜ਼ੁਰਗਾਂ ਨੇ ਉਹ ਦਿਨ ਦੇਖਿਓ ਆ ਕਿ ਕਿੱਦਾਂ ਦੇਸ਼ ਬਣਿਆ, ਕਿੱਦਾਂ ਸ਼ਹੀਦੀਆਂ ਹੋਈਆਂ, ਕਿੱਦਾਂ ਇੱਥੇ ਪਹੁੰਚੇ। ਤੇ ਇਹ ਹੱਲੇ ਤਾਈਂ ਸਿਰਫ ਤੇ ਸਿਰਫ ਪਹੁੰਚ ਆਪਣੀ ਰੱਖਦੇ ਆ ਕਿ ਵੋਟਾਂ ਕਿੱਦਾਂ ਲੈਣੀਆਂ, ਅਗਲੇ ਸਾਲ ਸੱਤਾ ਦੇ ਵਿੱਚ ਕਿੱਦਾਂ ਆਉਣਾ। ਤੇ ਜਿਹੜੇ 4-5 ਜਾਣੇ ਕੰਮ ਕਰਨ ਵਾਲੇ ਹੁੰਦੇ ਆ, ਉਹਨਾਂ ਨੂੰ ਇਹ ਕਹਿ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ ਕਿ ਜੇ ਇਹ ਬੋਲ ਪਿਆ ਤਾਂ ਸਾਡਾ ਤਾਂ ਘਾਲਾ ਮਾੜਾ ਸਾਰਾ ਸਾਹਮਣੇ ਆ ਜਾਣਾ। ਬਿਲਕੁਲ, ਕਿਉਂਕਿ ਅੱਜ ਦੀ ਜੋ ਰਾਜਨੀਤੀ ਹੈ ਨਾ, ਉਹ ਹੈ ਮਾਰਕੀਟਿੰਗ। ਜਿਸ ਤਰ੍ਹਾਂ ਅਸੀਂ ਪ੍ਰੋਡਕਟ ਨੂੰ ਲਾਂਚ ਕਰਦੇ ਹਾਂ, ਉਹਦੀ ਇਮੇਜ ਬਿਲਡਿੰਗ ਕਰਦੇ ਹਾਂ, ਮਾਰਕੀਟਿੰਗ ਹੈ। ਔਰ ਸੋਸ਼ਲ ਮੀਡੀਆ ਨੂੰ ਅਸੀਂ ਇਸਤੇਮਾਲ ਕਰਦੇ ਹਾਂ
ਮਾਸ ਮੀਡੀਆ ਨੂੰ ਅਸੀਂ ਇਸਤੇਮਾਲ ਕਰਦੇ ਹਾਂ ਐਕਟਿਵਿਜ਼ਮ, ਕਿ ਜਿਸ ਤਰ੍ਹਾਂ ਇੱਦਾਂ ਦੀ ਮੂਵਮੈਂਟਸ ਲਓ, ਪਤਾ ਨਹੀਂ ਕਿਹੜਾ ਸੁਧਾਰ ਆ ਜਾਏਗਾ, ਪਤਾ ਨਹੀਂ ਕਿਹੜੀ ਕ੍ਰਾਂਤੀ ਆ ਜਾਏਗੀ। ਉਹ ਸਿਰਫ ਇੱਕ ਵੇਵ ਹੈ। ਅਸਲ ਵਿੱਚ ਕ੍ਰਾਂਤੀ ਲੋਕਾਂ ਨੂੰ ਜੋੜ ਕੇ ਬਣਾਈ ਜਾਂਦੀ ਹੈ। ਲੋਕਾਂ ਦਾ ਆਪਸ ਵਿੱਚ ਜੁੜਨਾ ਕ੍ਰਾਂਤੀ ਹੈ। ਲੋਕਾਂ ਨੂੰ ਤੋੜ ਕੇ, ਖੇਰੂ ਖੇਰੂ ਕਰਕੇ, ਖਿਲਾਰ ਕੇ, ਉਹ ਕ੍ਰਾਂਤੀ ਨਹੀਂ ਹੈ। ਇਸ ਲਈ ਤੁਸੀਂ ਦਿਖਾਵਾ ਕਰ ਰਹੇ ਹੋ। ਐਕਟਿਵਿਜ਼ਮ ਦਾ ਇਸ ਵਕਤ ਸਾਰੇ ਦਾ ਸਾਰਾ ਰਾਜਨੀਤੀ ਦਾ ਮਾਹੌਲ ਬਣਿਆ ਹੋਇਆ ਹੈ। ਹਰ ਬੰਦਾ ਐਕਟਿਵਿਸਟ ਬਣਿਆ ਹੋਇਆ ਹੈ। ਹਰ ਬੰਦਾ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਆਪਣੇ ਵਿਚਾਰ ਦਿੰਦਾ ਹੈ, ਔਰ ਸੋਸ਼ਲ ਮੀਡੀਆ ਭਰਿਆ ਪਿਆ ਹੈ ਸਾਰਾ ਇਸ ਗੱਲਾਂ ਦੇ ਨਾਲ, ਕਿਉਂਕਿ ਇਹ ਪਾਵਰ ਹੈ, ਲੇਕਿਨ ਇਸ ਪਾਵਰ ਦਾ ਗਲਤ ਇਸਤੇਮਾਲ। ਮੇਨ ਚੀਜ਼ ਇਹ ਹੈ ਕਿ ਜੋ ਰਾਜਨੀਤੀ ਦੀ ਪਾਵਰ ਹੈ, ਸੋਸ਼ਲ ਮੀਡੀਆ ਦੀ ਪਾਵਰ ਹੈ, ਮੀਡੀਆ ਦੀ ਪਾਵਰ ਹੈ, ਟੋਟਲ ਪੂਰੀ ਸ਼ਕਤੀ ਜੋ ਹੈ ਉਸ ਦਾ ਇਸਤੇਮਾਲ ਗਲਤ ਹੱਥਾਂ 'ਚ ਜਾ ਰਿਹਾ ਹੈ, ਉਸ ਦਾ ਇਸਤੇਮਾਲ ਗਲਤ ਤਰੀਕੇ ਨਾਲ ਹੋ ਰਿਹਾ ਹੈ। ਇਸ ਕਰਕੇ ਹੀ ਸਾਰੀ ਸਫਰ ਕਰ ਰਹੇ ਨੇ। ਇਸ ਦਾ ਬਲੈਡੀ ਮਿਸਯੂਜ਼ ਆਫ ਪਾਵਰ, ਹੋਰ ਕੁਝ ਨਹੀਂ ਹੈ। ਜੇ ਤੁਸੀਂ ਆਪਣੀ ਪਾਵਰ ਦਾ ਸਹੀ ਇਸਤੇਮਾਲ ਕਰੋ ਤਾਂ ਸਾਰਿਆਂ ਦੀ ਜ਼ਿੰਦਗੀ ਵਧੀਆ ਹੈ। ਔਰ ਜੋ ਸਾਡੇ ਬਜ਼ੁਰਗ ਹੋਏ ਨੇ ਜਾਂ ਗੁਰੂ ਸਾਹਿਬਾਨਾਂ ਨੇ ਸਾਨੂੰ ਸਮਝਾਇਆ ਹੈ, ਸਾਡੇ ਪਵਿੱਤਰ ਗ੍ਰੰਥ ਇਹੀ ਚੀਜ਼ ਦੱਸਦੇ ਨੇ ਕਿ ਜਦੋਂ ਤੱਕ ਤੁਹਾਡੀ ਸੋਚ ਸਹੀ ਨਹੀਂ ਹੈ, ਤੁਹਾਡਾ ਕੰਮ ਸਹੀ ਨਹੀਂ ਹੋ ਸਕਦਾ। ਸੋਚ ਸਹੀ ਕਰੋਗੇ ਤਾਂ ਹੀ ਪਾਵਰ ਦਾ ਸਹੀ ਇਸਤੇਮਾਲ ਕਰੋਗੇ, ਤਾਂ ਹੀ ਸਾਰਿਆਂ ਦੇ ਵਾਸਤੇ ਤੁਸੀਂ ਇੱਕ ਵਰਦਾਨ ਸਾਬਿਤ ਹੋ ਸਕਦੇ ਹੋ, ਜਿਹਦਾ ਦੂਜਿਆਂ ਦੀ ਤੁਸੀਂ ਜਾਨ ਹੀ ਕੱਢਣੀ ਹੈ, ਹੋਰ ਕੁਝ ਨਹੀਂ ਕਰਨਾ। ਨਾਲੇ ਸਭ ਤੋਂ ਮੇਨ ਗੱਲ ਆਪਣੀ ਗੱਲ ਚੋਂ ਇਹ ਨਿਕਲੀ ਹੈ, ਸਾਰੀਆਂ ਪਾਰਟੀਆਂ ਨੇ ਦਾਅਵੇ ਕਰਤੇ ਹੈ ਕਿ ਇੰਨੀ ਬਿਜਲੀ ਮੁਫਤ, ਇੰਨੀ ਬਿਜਲੀ ਮੁਫਤ। ਪਾਰਟੀਆਂ ਬਣਨ ਤੋਂ ਪਹਿਲਾਂ ਹੀ ਬਿਜਲੀ ਗੁੱਲ ਹੋ ਗਈ ਹੈ। ਮੁਫਤ ਹੋਣ ਦੇ ਲਈ ਬਿਜਲੀ ਹੋਣੀ ਵੀ ਜ਼ਰੂਰੀ ਹੈ। ਉਹ ਚੀਜ਼ ਹੈ ਨਹੀਂ, ਜਿਹੜੀ ਚੀਜ਼ ਹੈ ਨਹੀਂ ਉਹ ਮੁਫਤ ਲੈ ਜਾਓ। ਪਰ ਹੁਣ ਟਾਈਮ ਪੂਰਾ ਹੋ ਗਿਆ ਸੰਜੀਵ ਖੰਨਾ ਜੀ, ਆਪਾਂ ਨੂੰ ਅੱਜ ਦਾ ਪ੍ਰੋਗਰਾਮ ਨਾ ਇੱਥੇ ਹੀ ਮੁਕਾਉਣਾ ਪਏਗਾ। ਔਰ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਬਿਜਲੀ ਗੁੱਲ ਨਹੀਂ ਹੋਈ। ਅਸੀਂ ਬਿਜਲੀ ਦੇ ਹੁੰਦੇ ਆਪਣਾ ਸਾਰਾ ਪ੍ਰੋਗਰਾਮ ਕਰ ਲਿਆ ਹੈ, ਔਰ ਉਮੀਦ ਕਰਦੇ ਹਾਂ ਕਿ ਬਿਜਲੀ ਏਦਾਂ ਹੀ ਚੱਲਦੀ ਰਹੇ ਤੇ ਅਸੀਂ ਅੱਗੇ ਵੀ ਪ੍ਰੋਗਰਾਮ ਕਰਦੇ ਰਹੀਏ। ਬਿਲਕੁਲ ਸਹੀ ਗੱਲ ਹੈ। ਅੱਜ ਦੇ ਲਈ ਪ੍ਰੋਗਰਾਮ ਦੇ ਵਿੱਚ ਬਸ ਇੰਨਾ ਹੀ। ਮੈਨੂੰ ਵਰਨ ਕੌਰ ਮਾਨ ਨੂੰ ਔਰ ਮੈਨੂੰ ਸੰਜੀਵ ਯਸ਼ ਖੰਨਾ ਨੂੰ ਇਜਾਜ਼ਤ ਦਿਓ। ਸ਼ੁਕਰੀਆ।